ਦ ਅਨਮਿਊਟ ਦੇ ਖਾਸ ਸੈਗਮੈਂਟ ਅਬੀਬੀ ਸਟੋਰੀ 'ਚ ਤੁਹਾਡਾ ਸਵਾਗਤ ਹੈ। ਅਸੀਂ ਅਕਸਰ ਬੱਚਿਆਂ ਨੂੰ ਪੜ੍ਹਨ ਤੇ ਸਿਰਫ ਪੜ੍ਹਨ ਤੱਕ ਤਰਜੀਹ ਦੇਣ ਲਈ ਕਹਿੰਦੇ ਰਹਿੰਦੇ ਹਾਂ। ਜੇ ਬੱਚਾ ਕਲਾ 'ਚ ਰੁਚੀ ਦਿਖਾਉਂਦਾ ਹੈ ਤਾਂ ਵੀ ਅਸੀਂ ਕਹਿੰਦੇ ਹਾਂ ਕਿ ਕਲਾ ਨੇ ਤੈਨੂੰ ਰੋਜ਼ੀ ਨਹੀਂ ਦੇਣੀ। ਚੰਗਾ ਕਮਾਉਣਾ ਹੈ ਤਾਂ ਧਿਆਨ ਸਿਰਫ ਤੇ ਸਿਰਫ ਪੜ੍ਹਾਈ 'ਚ ਹੋਣਾ ਜ਼ਰੂਰੀ ਹੈ। ਪਰ ਸ਼ਗੁਨ ਨੇ ਵੀ ਹੋਰਨਾਂ ਸਫਲ ਕਲਾਕਾਰਾਂ ਵਾਂਗ ਇਸ ਰੁਝਾਨ ਨੂੰ, ਇਸ ਧਾਰਨਾ ਨੂੰ ਬਦਲ ਕੇ ਰੱਖ ਦਿੱਤਾ ਹੈ। ਸ਼ਗੁਨ ਦੀਆਂ ਪੇਂਟਿੰਗਸ 5-5 ਲੱਖ ਤੱਕ ਵਿਕਦੀਆਂ ਨੇ। ਅਨੇਕਾਂ ਵਰਲਡ ਰਿਕਾਰਡ ਸ਼ਗੁਨ ਆਪਣੇ ਨਾਮ ਕਰ ਚੁੱਕੀ ਹੈ। ਕੰਮ ਪ੍ਰਤੀ ਡੈਡੀਕੇਸ਼ਨ ਤੇ ਕਲਾਤਮਕ ਪ੍ਰਵਿਰਤੀ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਹੈ। ਸ਼ਗੁਨ ਨਾਲ ਇਸ ਸੰਬੰਧ ਵਿੱਚ ਗੱਲਬਾਤ ਵੀ ਕਰ ਰਹੇ ਹਾਂ। ਆਪਣੇ ਬੱਚਿਆਂ ਨਾਲ ਇਹ ਗੁਫ਼ਤਗੂ ਜ਼ਰੂਰ ਸਾਂਝਾ ਕਰੋ। ਦੋਸਤੋ, ਰੰਗਾਂ ਦੀ ਜ਼ਿੰਦਗੀ 'ਚ ਬੜੀ ਅਹਿਮੀਅਤ ਹੈ। ਰੰਗਾਂ ਦਾ ਆਪਣਾ ਔਰਾ ਹੁੰਦਾ ਹੈ। ਜਿਵੇਂ ਮੈਂ ਇਸ ਵਕਤ ਬਲੈਕ ਪਾਇਆ, ਜੇ ਮੈਂ 4-5 ਦਿਨ ਬਲੈਕ ਪਾ ਲਾਂ ਤਾਂ ਮੈਂ ਬਲੈਕ ਦੇ ਔਰਾ ਵਿੱਚ ਰਹਿਣ ਲੱਗ ਜਾਣਾ। ਜੇ ਕੋਈ ਬੰਦਾ ਰੈੱਡ ਪਾ ਰਿਹਾ, ਗ੍ਰੀਨ ਪਾ ਰਿਹਾ, ਪਰਪਲ ਪਾ ਰਿਹਾ, ਹਰੇਕ ਰੰਗ ਦੀ ਆਪਣੀ એનર્ਜੀ ਹੁੰਦੀ ਹੈ। ਕੀ ਤੁਸੀਂ ਜਾਣਦੇ ਹੋ ਵੀ ਤੁਹਾਡੇ ਜਿਵੇਂ ਮੂਡ ਸਵਿੰਗਸ ਹੁੰਦੇ ਆ, ਉਸ ਹਿਸਾਬ ਨਾਲ ਤੁਸੀਂ ਆਪਣੇ ਹਰ ਰੋਜ਼ ਕੱਪੜੇ ਸਿਲੈਕਟ ਕਰਦੇ ਹੋ। ਜੇ ਤੁਹਾਡਾ ਕਦੇ ਨੋਟਿਸ ਕਰਿਓ, ਕਦੇ ਤੁਹਾਡਾ ਮਨ ਬਹੁਤ ਖੁਸ਼ ਹੈ, ਤੁਹਾਡਾ ਦਿਲ ਕਰੇਗਾ ਬ੍ਰਾਈਟ ਕੱਪੜੇ ਪਾਉਣ ਦਾ। ਜਦੋਂ ਮਨ ਉਚਾਟ ਹੁੰਦਾ ਫਿਰ ਹੋ ਜਾਂਦਾ ਵੀ ਕਿਉਂ ਨਾ ਰੁਖਸਤੀ ਲੈ ਲਈ ਜਾਵੇ, ਤੇ ਉਸ ਤਰ੍ਹਾਂ ਡਾਰਕ ਕਲਰਸ ਨਾ, ਫਿਰ ਉਧਰ ਨੂੰ ਬੰਦਾ ਮੁੜ ਜਾਂਦਾ। ਇੱਕ ਗਾਣਾ ਵੀ ਹੈ ਸੋਨੂ ਸੂਦ ਦਾ ਕਿ ਬੇਰੰਗ ਸੀ ਹੈ ਬੜੀ ਜ਼ਿੰਦਗੀ ਕੁਛ ਰੰਗ ਤੋਂ ਭਰੋ। ਸੋ ਇਸੇ ਤਰ੍ਹਾਂ ਅੱਜ ਰੰਗਾਂ ਦੇ ਮੁਤਾਲਿਕ ਗੱਲਬਾਤ ਕਰਨੀ ਹੈ ਤੇ ਬੈਕਗਰਾਊਂਡ ਤੋਂ ਤੁਸੀਂ ਸਮਝ ਕੇ ਹੋਵੋਗੇ। ਤੁਹਾਡੀ ਮੁਲਾਕਾਤ ਮੈਂ ਅੱਜ ਸ਼ਗਨ ਨਾਲ ਕਰਾਉਣੀ ਹੈ। ਸ਼ਗਨ ਦੀ ਉਮਰ ਮਹਿਜ਼ 25 ਸਾਲ ਹੈ, ਪਰ ਪ੍ਰਾਪਤੀਆਂ ਬਹੁਤ ਵੱਡੀਆਂ ਨੇ। ਵਰਲਡ ਰਿਕਾਰਡਸ ਬਣਾ ਚੁੱਕੇ ਹੈ। ਬਾਕੀ ਗੱਲਾਂ ਬਾਤਾਂ ਇਹਨਾਂ ਦੇ ਨਾਲ ਹੀ ਇੰਟਰਵਿਊ ਦੌਰਾਨ ਕਰਦੇ ਹਾਂ। ਸ਼ਗਨ ਦਾ ਅਨਮਿਊਟ ਤੇ ਸਵਾਗਤ ਹੈ। ਜਿਹੜਾ ਆਰਟਿਸਟ ਹੈ ਨਾ, ਉਹਦੇ 'ਚ ਟੈਲੈਂਟ ਜਿਹੜੇ ਨੇ, ਜਦੋਂ ਤੋਂ ਬਿਗਿਨ ਹੁੰਦਾ ਇੱਕ ਟੈਲੈਂਟ, ਉਸ ਤੋਂ ਬਾਅਦ ਨਾ ਉਹ ਮਲਟੀਪਲਾਈ ਹੋਈ ਜਾਂਦੇ ਹੈ। ਜਿਵੇਂ ਤੁਸੀਂ ਮੈਨੂੰ ਹੁਣੇ ਦੱਸਿਆ ਵੀ ਪਹਿਲਾਂ ਡਾਇਗਰਾਮਸ ਬਣਾਉਂਦੇ ਸੀ, ਫਿਰ ਉਸ ਤੋਂ ਬਾਅਦ ਤੁਸੀਂ ਸ਼ੁਰੂ ਆਪਣੀ ਅਰਨਿੰਗ ਕਰਤੀ। 8th ਕਲਾਸ ਤੋਂ ਤੁਹਾਨੂੰ ਮੈਂ ਦੱਸਾਂ ਕਿ ਇਹਨਾਂ ਦੀ ਅਰਨਿੰਗ ਸ਼ੁਰੂ ਹੋ ਗਈ ਸੀ। ਅਤੇ ਫਿਰ ਕੈਲੀਗ੍ਰਾਫੀ, ਫਿਰ ਐਬਸਟਰੈਕਟ ਵੀ ਨਾਲ, ਮਤਲਬ ਹਜ਼ਾਰਾਂ ਹੀ ਚੀਜ਼ਾਂ ਨਾਲ ਐਡ ਹੁੰਦੀਆਂ ਜਾਂਦੀਆਂ ਨੇ, ਜਿਹਦੀ ਕਿਤੇ ਨਾ ਕਿਤੇ ਜਿਹੜਾ ਬੇਸ ਹੁੰਦਾ, ਐਪੀ ਸੈਂਟਰ ਹੁੰਦਾ, ਉਹ ਇੱਕੋ ਹੀ ਚੀਜ਼ ਹੁੰਦੀ ਹੈ ਨਾ। ਅਤੇ ਰੰਗ ਤੁਹਾਡੀ ਜ਼ਿੰਦਗੀ ਨੇ। ਆਰਟਿਸਟ ਐਕਚੁਅਲੀ ਕੀ ਹੁੰਦਾ ਹੈ? ਆਰਟਿਸਟ ਮੇਰੇ ਅਕੋਰਡਿੰਗ ਹਰ ਇੱਕ ਇਨਸਾਨ ਇੱਕ ਆਰਟਿਸਟ ਹੈ ਆਪਣੀ ਲਾਈਫ ਦਾ। ਤੇ ਜੇ ਮੈਂ ਆਪਣੀ ਆਪ ਦੀ ਗੱਲ ਕਰਾਂ ਤਾਂ ਮੇਰੇ ਕਲਰ ਮੇਰੀ ਦੁਨੀਆ ਹੈ ਤੇ ਮੈਨੂੰ ਕੁਝ ਨਵਾਂ ਸਿੱਖਣ ਦਾ ਸ਼ੌਂਕ ਹੈ, ਇਸ ਕਰਕੇ ਮੈਂ ਕੁਝ ਉਹਦੇ 'ਚ ਐਡ ਆਨ ਕਰਦੀ ਰਹਿੰਦੀ। ਤੁਹਾਡੀ ਮਦਰ ਦੱਸ ਰਹੇ ਸੀ ਵੀ ਤੁਹਾਡੇ ਨਾ ਐਨੇ ਅਲਮਾਰੀ 'ਚ ਕੱਪੜੇ ਨਹੀਂ ਹੁੰਦੇ ਜਿੰਨੇ ਤੁਹਾਡੇ ਕੋਲ ਬ੍ਰਸ਼ਿਸ ਨੇ। ਬੇਸਿਕਲੀ ਹੁੰਦਾ ਇਹ, ਮੈਨੂੰ ਲੱਗਦਾ ਹਰ ਇੱਕ ਆਰਟਿਸਟ ਨੂੰ ਹੁੰਦਾ। ਜਿਵੇਂ ਚਾਹ ਹੁੰਦਾ, ਜਿਵੇਂ ਕਿ ਕੱਪੜੇ ਦਾ ਸ਼ੌਂਕ ਹੈ ਨਵੇਂ ਕਲਰਸ ਦਾ ਨਾ, ਤਾਂ ਮੈਨੂੰ ਕਲਰਸ ਦਾ, ਬ੍ਰਸ਼ਿੰਗ ਦਾ, ਈਵਨ ਕੁਝ ਮੰਨੋਗੇ ਮੇਰੀ ਇੱਕ ਅਲਮਾਰੀ ਕੱਪੜਿਆਂ ਦੀ ਹੈ ਤੇ 4 ਅਲਮਾਰੀ ਮੇਰੀ ਕਲਰਾਂ ਦੀ ਹੈ। ਤਾਂ ਮਤਲਬ ਇਹ ਹੁੰਦਾ ਨੈਚੁਰਲੀ ਹੁੰਦਾ, ਜਿਵੇਂ ਆਪਾਂ ਪਿਆਰ ਕਰਦੇ ਹਾਂ ਕਿਸ ਚੀਜ਼ ਨੂੰ, ਆਪਣੀ ਚੀਜ਼ 'ਚ ਵਾਧਾ ਹੁੰਦਾ। ਜਿਵੇਂ ਕਿ ਤੁਸੀਂ ਨੇ ਕਿਹਾ ਹੈ ਵੀ ਹਾਂ ਵੀ ਮੈਨੂੰ ਸਿੱਖਣ ਦਾ ਸ਼ੌਂਕ ਹੈ, ਸ਼ਾਇਦ ਜਿੱਥੇ ਮੇਰਾ ਪਿਆਰ ਹੈ ਕਿ ਮੈਂ ਨਵਾਂ ਚੀਜ਼ਾਂ ਸਿੱਖਾਂ, ਜਾਂ ਮੈਨੂੰ ਦਿੱਤੀ ਹੋਈ ਦਾਤ ਵੀ ਹਾਂ ਵੀ ਕੁਝ ਨਵਾਂ ਸਿੱਖ ਕੇ ਸੀ ਐਡ ਆਨ ਹੁੰਦੀ ਹੈ। 7000 ਤੋਂ ਜ਼ਿਆਦਾ ਪੇਂਟਿੰਗਸ ਸ਼ਗਨ ਹੁਣ ਤੱਕ ਸੇਲ ਕਰ ਚੁੱਕੀ ਹੈ। ਤੇ ਕਿੰਨੀ ਕੁ ਅਰਨਿੰਗ ਹੈ ਤੁਹਾਡੀ ਮੰਥਲੀ? ਗੱਲ ਕਰੀਏ, ਵੈਸੇ ਕੋਈ ਇਸ ਮੁਤਾਲਿਕ ਨਹੀਂ ਗੱਲ ਕਰਨਾ ਚਾਹੁੰਦਾ, ਪਰ ਮੈਂ ਉਹਨਾਂ ਰਿਗਾਰਡਿੰਗ ਗੱਲ ਕਰ ਰਹੀ ਹਾਂ ਜਿਹੜੇ ਬੱਚੇ ਇਸ ਫੀਲਡ 'ਚ ਆਉਣਾ ਚਾਹੁੰਦੇ ਹੈ, ਇਹਨੂੰ ਆਪਣਾ ਪ੍ਰੋਫੈਸ਼ਨ ਬਣਾਉਣਾ ਚਾਹ ਰਹੇ ਹੈ। ਪਰ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ ਸ਼ਗਨ, ਉਹ ਇਹੀ ਹੁੰਦੀ ਹੈ ਵੀ ਤੁਹਾਡੇ ਪੇਰੈਂਟਸ, ਤੁਹਾਡੇ ਰਿਸ਼ਤੇਦਾਰ ਤੁਹਾਨੂੰ ਰੰਗ ਕਰਦੇ ਦੇਖ ਕੇ ਕਹਿੰਦੇ ਵੀ ਆਪਣੀ ਕੁੜੀ ਨੂੰ ਕਿਸੇ ਹੋਰ ਪਾਸੇ ਲਾ ਲਓ, ਵੀ ਇਹ ਨਾ ਕੋਈ ਬਹੁਤ ਵੱਡੀ ਪ੍ਰੋਫੈਸ਼ਨ ਨਹੀਂ ਹੈ, ਤੁਹਾਨੂੰ ਕੋਈ ਜ਼ਿਆਦਾ ਦੇਰ ਪੇ ਨਹੀਂ ਕਰੇਗਾ। ਮੇਰੇ ਨਾਲ ਇਹ ਸਟਾਰਟਿੰਗ ਹੋਇਆ ਸੀਗਾ। ਬੇਸਿਕਲੀ ਮੇਰੇ ਫਾਦਰ ਨੇ ਮੈਨੂੰ ਇੱਕ ਵਾਰੀ ਕੀ ਕਿਹਾ, ਕਹਿੰਦੇ ਚੱਲ ਵੀ IPS ਆਫਿਸਰ, ਉਸ ਟਾਈਮ ਨਾ ਅਲਕਾ ਮੀਨਾ ਨਾਮ ਸੀਗੇ ਜੀ। ਤੇ ਜਦੋਂ ਉਹਨਾਂ ਨੇ ਮੈਨੂੰ ਲੈ ਕੇ ਗਏ, ਕਹਿੰਦੇ ਦੇਖੀ ਤਾਂ ਕੁੜੀ ਐਕਸਲੂਟ ਵਧੀਆ, ਤੈਨੂੰ ਕੀ ਰੰਗਾਂ ਨਾਲ ਪਿਆਰ ਪਿਆ ਹੈ। ਫਿਰ ਮੈਂ ਕਿਹਾ ਵੀ ਦੇਖੋ ਮੈਂ ਪੜ੍ਹ ਵੀ ਲਊਂਗੀ, ਜਿਵੇਂ ਹੁਣ ਮੈਂ ਵੀ ਮਾਸਟਰਸ 'ਚ ਟੋਪਰ ਹੈ ਨਾ, ਵੀ ਪੜ੍ਹ ਲਊਂਗੀ, ਮੈਨੂੰ ਪੜ੍ਹਨਾ ਕੋਈ ਮੁਸ਼ਕਿਲ ਨਹੀਂ ਲੱਗਣਾ। ਪਰ ਹਾਂ, ਜਦੋਂ ਇੱਕ ਇੰਨਰ ਖੁਸ਼ੀ ਦੀ ਗੱਲ ਕਰਦੇ ਹਾਂ
ਕਿਤੇ ਨਾ ਕਿਤੇ ਖੁਸ਼ੀ ਆਪਣੇ ਹੀ profession 'ਚ ਆਉਂਦੀ ਹੈ। ਬਿਲਕੁਲ ਤਾਂ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਨਹੀਂ ਇਹਦੇ ਰੁਕਣਾ ਤਾਂ ਹੈ ਨਹੀਂ, ਫਿਰ ਉਹਨਾਂ ਨੇ ਫਿਰ ਮਤਲਬ ਉਲਟ ਬੋਲਣ ਨਾਲੋਂ ਫਿਰ ਉਹਨਾਂ ਨੇ ਸਾਥ ਦੇਣਾ ਸ਼ੁਰੂ ਕਰਤਾ ਕਿ ਨਹੀਂ ਚੱਲ ਤੂੰ ਚੱਲ ਦੇਖੀ ਜਾਓ ਜੋ ਬਣੂਗਾ ਤਾਂ ਅਸੀਂ ਨਾਲ। ਜਿਵੇਂ 7000 ਪੇਂਟਿੰਗਸ ਹੁਣ ਤੱਕ ਵੇਚੀਆਂ, ਫਿਰ ਮੇਰਾ ਸਵਾਲ ਫੇਰ ਹੋਈ ਵੀ ਅਰਨਿੰਗ ਕਿੰਨੀ ਕੁ ਹੋਈ? आई मीन मैम बेसिकली ये है कई मंथ ਵਿੱਚ ਤਾਂ ਬਹੁਤ ਅੱਛੀ ਹੁੰਦੀ, ਜਿਵੇਂ ਮੇਰੀ ਪੇਂਟਿੰਗ 5 ਲੱਖ ਦੀ ਸੇਲ ਹੋਈ ਹੈ ਤਾਂ ਕੋਈ ਮੰਥ ਦੀ ਸੇਲ ਮਤਲਬ 6 to 7 ਲੱਖ ਹੋ ਜਾਂਦੀ ਹੈ ਨਾ। ਜੇ ਆਪਾਂ ਨਾਰਮਲ ਦੇਖੀ ਤਾਂ ਕਈ ਵਾਰ ਇਹ ਵੀ ਹੁੰਦੇ ਕਈ ਵਾਰ ਬਿਲਕੁਲ ਵੀ ਨਹੀਂ ਆਣੀ ਹੁੰਦੀ, ਬਟ ਉਹ ਬੈਲੈਂਸ ਕਰਨ ਦੇ ਲਈ ਮੈਨੂੰ ਐਂ ਲੱਗਦਾ ਜਦੋਂ ਆਪਾਂ ਕੰਮ ਕਰਦੇ ਨਾ ਤਾਂ ਨਾਰਮਲੀ ਅਰਨਿੰਗ ਹੁੰਦੀ ਰਹਿੰਦੀ ਹੈ, ਕਿਉਂਕਿ ਉਹ ਆਪਣੇ ਹੱਥ 'ਚ ਹੁੰਦਾ ਕਿ ਆਪਾਂ ਕਿੰਨਾ ਕੁ ਬੈਲੈਂਸ ਕਰਦੇ ਹਾਂ। ਤਾਂ ਅਰਨਿੰਗ ਇੱਕ ਆਰਟਿਸਟ ਦੇ ਫਾਰਮ 'ਚ, ਟੀਚਰ ਦੇ ਫਾਰਮ 'ਚ ਵੀ ਹੁੰਦੀ ਹੈ ਮੇਰੀ, ਤਾਂ ਉਹ ਨੀਅਰ ਮੈਂ 50,000 ਨਾਰਮਲ ਹੋ ਜਾਂਦਾ। ਔਰ ਸ਼ਗਨ ਜੇ ਆਪਾਂ ਗੱਲ ਕਰੀਏ ਵੀ ਆਰਟਿਸਟ ਦਾ ਨਾ ਇੱਕ ਸਟੇਟ ਆਫ ਮਾਈਂਡ ਕੀ ਰਹਿੰਦਾ, ਮਤਲਬ ਕਿ ਵੈਨ ਯੂ ਸਟਾਰਟ ਟੂ ਪੇਂਟ ਉਹ ਤੋਂ ਪਹਿਲਾਂ ਇੱਕ ਥਾਟ ਪ੍ਰੋਸੈਸ ਜਨਮ ਲੈਂਦਾ ਹੈ ਨਾ। ਆਰਟਿਸਟ ਨੂੰ ਤਾਂ ਮਤਲਬ ਸੁਪਨੇ ਵਿੱਚ ਵੀ ਪੇਂਟ ਹੀ ਨਜ਼ਰ ਆਉਂਦੇ ਨੇ ਹੈ ਨਾ, ਕਲਰਸ ਨਜ਼ਰ ਆਉਂਦੇ, ਜਿਵੇਂ ਸ਼ਾਇਰ ਨੂੰ ਕਈ ਵਾਰ ਉਹਨੂੰ ਰਾਤ ਨੂੰ ਹੁੰਦਾ ਵੀ ਕਵਿਤਾ ਆ ਗਈ, ਇਲਹਾਮ ਆਇਆ, ਉਹਨੇ ਪੈਨ ਚੱਕਿਆ ਤੇ ਲਿਖਤੀ ਥਾਟਸ ਹੈ ਨਾ, ਤੇ ਤੁਸੀਂ ਉਹਨੂੰ ਕੈਨਵਸ ਤੇ ਉਤਾਰਨਾ ਹੁੰਦਾ। ਥਾਟ ਪ੍ਰੋਸੈਸ ਹੁਣ ਤੱਕ ਦਾ ਕਮਾਲ ਦਾ ਕਿਹੜਾ ਰਿਹਾ? बेसिकली मेरा एक मेरी अपनी फेवरेट मेरा अपना कॉन्सेप्ट ਸੀਗਾ, ਮੈਂ ਬੇਸਿਕਲੀ ਆਪਣੀ ਇਮੋਸ਼ਨਸ ਦੇ ਉੱਪਰ ਕੰਮ ਕਰਦੀ ਹਾਂ, ਜਿਵੇਂ ਕਿ ਜਿਹੜੀ ਚੀਜ਼ ਮੈਨੂੰ ਅਹਿਸਾਸ ਹੁੰਦਾ ਚਾਹੇ ਉਹ ਪੋਜ਼ਿਟਿਵ ਹੈ, ਲਾਈਕ ਕਈ ਵਾਰ ਨੈਗੇਟਿਵ ਚੀਜ਼ਾਂ ਵੀ ਹੁੰਦੀਆਂ ਤਾਂ ਉਹ ਵੀ ਅਕਸਰ ਹੋ ਜਾਂਦੀਆਂ ਨੇ, ਤੇ ਉਹਦੇ ਨਾਲ ਹੀ ਮੈਂ ਪੇਂਟਿੰਗ ਦੀ ਸਿਰਜਣਾ ਮੇਰੇ ਮਾਈਂਡ ਸ਼ੁਰੂ ਹੋ ਜਾਂਦਾ ਵੀ ਮੈਂ ਐਵੇਂ ਨਹੀਂ ਐਵੇਂ ਕਰਨਾ। ਤੇ ਮੈਨੂੰ ਯਾਦ ਹੈ ਮੇਰੀ ਪੇਂਟਿੰਗ ਸੀ ਜੋ ਮੇਰੇ ਨਾਲ ਕੁਝ ਗਲਤ ਹੋ ਰਿਹਾ ਸੀਗਾ, ਬਟ ਫਿਰ ਵੀ ਕਰਦੇ ਕਰਦੇ ਮੈਨੂੰ ਇੱਕ ਪੇਂਟਿੰਗ ਦਾ ਰੂਪ ਲਿੱਤਾ ਤੇ ਮੈंने ਐਟ ਦਾ ਰਿਜ਼ਲਟ ਦੇਖਿਆ ਵੀ ਜੋ ਵੀ ਹੋਇਆ ਮੇਰੇ ਲਈ ਬਹੁਤ ਪੋਜ਼ਿਟਿਵ ਸੀਗਾ। ਤਾਂ ਮਤਲਬ ਐਵੇਂ ਜੀ ਪੇਂਟਿੰਗ ਜਿਸ 'ਚ ਮੈਨੂੰ ਅਹਿਸਾਸ ਤੇ ਇਮੋਸ਼ਨਸ ਹੁੰਦੇ ਨੇ ਉਹ ਮੈਨੂੰ ਜ਼ਿਆਦਾ ਵਧੀਆ ਲੱਗਦੇ ਨੇ। ਈਵਨ ਇੱਕ ਵਾਰੀ ਐਵੇਂ ਹੋਇਆ ਵੀ ਮੇਰੇ ਨਾਲ ਮੇਰੇ ਮਾਰਕਸ ਕਰਕੇ ਮੇਰੇ ਕਿਸੇ ਟੀਚਰ ਦੇ ਨਾਲ ਕੁਝ ਹੋਇਆ ਤਾਂ ਉਹ ਰਾਤ ਨੂੰ ਸੁਪਨੇ 'ਚ ਚੱਲ ਰਿਹਾ ਸੀਗਾ, ਚਲਦੇ ਚਲਦੇ ਮੈਂ ਮਾਰਨਿੰਗ ਉੱਠੀ, ਮੇਰੇ ਘਰ ਦੇ 5-6 ਵਜੇ ਸੀ, ਸਾਰੇ ਸੁੱਤੇ ਹੋਏ ਸੀਗੇ, ਮੈਂ ਬ੍ਰਸ਼ ਚੱਕਿਆ और मैंने पेंटिंग बनानी शुरू कर दी। मेरे घर दे कहंदे तू रात का चैन है नहीं, 4-5 बजे तक तू सोंदी नहीं ते तेनू की होया सवेरे उठ के लग गई। ਤੇ ਫਿਰ ਉਹ ਐਵੇਂ ਹੀ ਹੁੰਦਾ ਨੋਰਮਲੀ ਜਿਵੇਂ ਆਪਾਂ ਪੇਂਟਿੰਗ ਕਰਦੇ ਆ ਜਾਂ ਆਪਣੇ ਇਮੋਸ਼ਨਸ ਇਕੱਠੇ ਹੁੰਦੇ ਤਾਂ ਉਹ ਪੇਂਟਿੰਗ ਦਾ ਰੂਪ ਆਪਣੇ ਆਪ ਹੀ ਲੈ ਪਤਾ ਹੀ ਨਹੀਂ ਚੱਲਦਾ। ਤੇ ਆਪਣੇ ਆਪ ਹੀ ਇਵਨ ਕਈ ਵਾਰੀ ਹੁੰਦਾ ਕੁਝ ਬਣਾ ਕੁਝ ਰਹੇ ਹੁੰਦੇ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਵੀ ਹਾਂ ਕਲਰਸ ਪਾਉਂਦੇ ਆ ਨਾ, ਉਹ ਕਲਰਸ ਜਿਵੇਂ ਸਾਡੇ ਇਮੋਸ਼ਨਸ ਹੁੰਦੇ ਨੇ ਜਾਂ ਅੰਦਰ ਚੱਲਦੇ ਲੋਕ ਕਲਰ ਉਹਦੇ ਉੱਪਰ ਹੀ ਆਉਣ ਲੱਗਦੇ। ਬਿਲਕੁਲ ਈਵਨ ਮੈਨੂੰ ਖੁਦ ਵੀ ਵਾਰ ਆਦਾ ਜਦੋਂ ਮੇਰੀ ਲਾਈਫ 'ਚ ਅਪ ਐਂਡ ਡਾਊਨਸ ਬਹੁਤ ਜ਼ਿਆਦਾ ਹੁੰਦੇ ਨੇ ਤਾਂ ਮੇਰੀ ਪੇਂਟਿੰਗਸ 'ਚ ਮੈਨੂੰ ਸ਼ੋ ਹੁੰਦਾ ਹਾਂ ਵੀ ਮੇਰੀ ਲਾਈਫ 'ਚ ਮੇਰੇ ਅੰਦਰ ਕੀ ਚੱਲ। 25 ਸਾਲ ਦੀ ਉਮਰ 'ਚ ਅੱਡੇ ਕਿਹੜੇ ਅਪ ਡਾਊਨ ਦੇਖ ਲਏ ਆ ਤੁਸੀਂ ਹੁਣ ਤੱਕ? ਬੇਸਿਕਲੀ ਮਾਮਾ ਇਹਦਾ ਪਾਰਟ ਹੈ, ਜਿਵੇਂ ਜਿਵੇਂ ਆਪਾਂ ਕੰਮ ਕਰਦੇ ਹਾਂ ਅਪ ਡਾਊਨ ਇੱਕ ਹਿੱਸਾ ਹੈ ਨਾ। ਤੇ ਜਦੋਂ ਮੈਂ ਸਟਾਰਟਿੰਗ ਕੀਤੀ ਸੀਗੀ ਮੈਨੂੰ ਨਹੀਂ ਪਤਾ ਸੀ ਉਸ ਟਾਈਮ ਮੈਂ ਆਰਟਿਸਟ ਬਣੂੰਗੀ, ਕਿਉਂਕਿ ਨੋ ਡਾਊਟ ਮੈਨੂੰ ਐਵੇਂ ਸੀ ਮੈਂ ਕਿਸੇ ਦੀ ਹੈਲਪ ਕਰਨੀ ਹੈ ਨਾ, ਉਹਨਾਂ ਨੂੰ ਸਿਖਾਉਣਾ ਹੈ, ਪਰ ਮੈਂ ਮਤਲਬ 20 ਰੁਪਏ ਦੀ ਫਾਈਲ ਵੇਚਦੀ ਹੁੰਦੀ ਸੀ। ਮਤਲਬ ਮੇਰੇ ਤੋਂ ਐਵੇਂ ਹੁੰਦਾ ਸੀ ਵੀ ਉਹਨਾਂ ਨਾਲ ਡਾਇਗਰਾਮਸ ਵਗੈਰਾ ਬਣਾਉਣੀ। ਹੌਲੀ ਹੌਲੀ ਫਿਰ ਮੈਂ ਦੇਖਿਆ ਵੀ ਮੈਂ ਤਾਂ ਪੇਂਟਿੰਗਸ ਵਿੱਚ ਹੀ ਹਾਂ, ਤਾਂ ਫਿਰ ਮੈਂ ਉਧਰ ਨੂੰ ਜਾਣ ਲੱਗ ਗਈ। ਤੇ ਜਿਵੇਂ ਐਗਜ਼ੀਬਿਸ਼ਨ 'ਚ ਲੈ ਕੇ ਜਾਂਦੇ ਆ ਸਭ ਤੋਂ ਮੇਨ ਮੈਨੂੰ ਐਂ ਲੱਗਦਾ ਵੀ ਆਰਟਿਸਟ ਦੀ ਲਾਈਫ ਦੇ ਵਿੱਚ ਸਭ ਤੋਂ ਔਖਾ ਹੀ ਵਰਕ ਹੈ ਕਿ ਜਦੋਂ ਅਸੀਂ ਪੇਂਟਿੰਗਸ ਲੈ ਕੇ ਜਾਣੀ ਤਾਂ ਸਾਡਾ ਸਮਾਨ ਹੀ ਬਹੁਤ ਖਰਾਬ ਹੋ ਜਾਂਦਾ। ਬਾਹਰ ਵਾਲ ਪੇਂਟਿੰਗ ਕਰਦੇ ਆ ਤਾਂ ਸਾਡੀ ਸਕਿਨ ਤੇ ਬਹੁਤ ਇਫੈਕਟ ਪੈਂਦਾ, ਕਈ ਵਾਰ ਕਲਰਸ ਸਾਨੂੰ ਅਲਰਜੀ ਹੋ ਜਾਂਦੀ ਹੈ। ਤੇ ਆ ਸਾਰੇ ਮਤਲਬ ਅਪ ਡਾਊਨਸ ਨੇ, ਕੁਝ ਪੋਜ਼ਿਟਿਵ ਚੀਜ਼ਾਂ ਬਹੁਤ ਜ਼ਿਆਦਾ ਹੁੰਦੀਆਂ ਜਿਹੜੀ ਸਾਨੂੰ ਮੋਟੀਵੇਟ ਕਰਦੀਆਂ ਨੇ। ਬਿਲਕੁਲ, ਜਦੋਂ ਸਪਿਰਿਚੁਅਲ ਐਂਗਲ ਤੇ ਗੱਲ ਕਰੀਏ, ਕਿਉਂਕਿ ਇਹ ਸਾਰਾ ਜਿਹੜਾ ਖੇਡ ਹੈ ਔਰਾ ਦਾ ਐਨਰਜੀ ਦਾ, ਤੁਹਾਡੇ ਥਾਟ ਪ੍ਰੋਸੈਸ ਦਾ, ਥਾਟ ਪ੍ਰੋਸੈਸ ਕਿਤੇ ਨਾ ਕਿਤੇ ਤੁਹਾਡੇ ਸਪਿਰਿਚੁਅਲਿਜ਼ਮ ਨਾਲ ਜੁੜਿਆ ਹੋਇਆ। ਤੁਹਾਡੀ ਪੇਂਟਿੰਗਸ ਤੋਂ ਹੁਣ ਮੇਰੇ ਪਿੱਛੇ ਵੀ ਦਰਸ਼ਕ ਦੇਖ ਪਾ ਰਹੇ ਹੋਣਗੇ ਵੀ ਚੀਜ਼ਾਂ ਰਿਫਲੈਕਟ ਹੁੰਦੀਆਂ ਹੈ ਨਾ। ਤੇ ਜਿਵੇਂ ਗੁਰੂ ਸਾਹਿਬ ਦੀ ਪੇਂਟਿੰਗਸ ਹੈ ਤੇ ਤੁਸੀਂ ਹਰ ਸਾਲ ਸ਼ਹੀਦੀ ਜੋੜ ਸਭਾ ਤੇ ਤੁਸੀਂ ਉਹਦਾ ਹਿੱਸਾ ਬਣਦੇ ਹੋ ਔਰ ਕਮਾਲ ਦੀ ਉੱਥੇ ਤੁਹਾਡੀ ਪੇਸ਼ਕਾਰੀ ਰਹਿੰਦੀ ਹੈ। ਸੋ ਰਿਲੀਜਨ ਜਿਹੜਾ ਹੈ ਔਰ ਪੇਂਟਿੰਗ ਇਹਨੂੰ ਕਿਵੇਂ ਕੋਰਿਲੇਟ ਕਰਦੇ ਹੋ? ਬੇਸਿਕਲੀ ਜਦੋਂ ਮੈंने ਸਟਾਰਟ ਕਾਲਜ ਦੀ ਸਟਾਰਟਿੰਗ ਸੀਗੀ ਤੇ ਮੈਨੂੰ ਆਰਟ ਐਗਜ਼ੀਬਿਸ਼ਨ ਨਾਲ ਮੈਨੂੰ ਇੰਟਰੋਡਿਊਸ ਹੋਏ, ਮੇਰੇ ਟੀਚਰ ਨੇ ਮੈਨੂੰ ਦੱਸਿਆ ਕਿ ਐਗਜ਼ੀਬਿਸ਼ਨ ਐਵੇਂ ਲੱਗਦੀ ਹੈ। ਤਾਂ ਮੈਂ ਸੋਚਿਆ ਵੀ ਜਿਵੇਂ ਸਭ ਤੇ ਬਹੁਤ ਸਾਰੇ ਲੋਕ ਆਉਂਦੇ ਨੇ, ਬਹੁਤ ਸਾਰੇ ਕਹਿੰਦੇ ਵੀ ਅਸੀਂ ਲਾਈਕ ਮੇਲਾ ਬਣ ਕੇ ਆਉਂਦੇ ਸੀ ਨਾ, ਮੇਲੇ ਦਾ ਹਿੱਸਾ ਬਣ ਕੇ। ਮੈਨੂੰ ਇਹ ਵੀ ਮੈਂ ਇਹਨਾਂ ਨੂੰ ਦੱਸਣਾ ਵੀ ਇਹ ਇਤਿਹਾਸ ਹੈ। ਮੈਂ ਬੁੱਕਸ ਪੜ੍ਹਨੀਆਂ ਸ਼ੁਰੂ ਕੀਤੀਆਂ ਤਾਂ ਮੈਂ ਕੁਝ ਐਵੇਂ ਦਾ ਨਵੇਂ ਕਨਸੈਪਟ ਮਿਲਦੇ ਸੀ। ਐਗਜ਼ੈਕਟਲੀ ਮੈਂ ਇਹੀ ਪੁੱਛਣਾ ਚਾਹ ਰਹੀ ਸੀ। ਫਿਰ ਮੈਂ ਕਰਦੀ ਹਾਂ ਵੀ ਹਾਂ ਇਹ ਕੋਈ ਨਵੀਂ ਚੀਜ਼ ਹੈ, ਸ਼ਾਇਦ ਇਹਨਾਂ ਨੂੰ ਨਹੀਂ ਪਤਾ ਹੋਵੇ, ਪੁੱਛ ਕੇ
ਮੋਸਟਲੀ ਮੈਂ ਐਬਸਟ੍ਰੈਕਟ ਦੇ ਵਿੱਚ ਵੀ ਵਰਕ ਕਰਦੀ ਹਾਂ। ਤਾਂ ਰੀਜ਼ਨ ਕੀ ਹੋ ਜਾਂਦਾ ਹੈ ਕਿ ਮੈਨੂੰ ਕੁਐਸਚਨ ਕਰ ਜਦੋਂ ਕੁਐਸਚਨ ਆ ਕੇ ਕਰਨੀ ਨਾ ਵੀ ਹਾਂ ਇਹ ਹੈ ਕੀ, ਇਹ ਨਵੀਂ ਚੀਜ਼ ਕੀ ਹੈ, ਬਹੁਤ ਸਾਰੀ ਪੇਂਟਿੰਗਸ ਦਾ ਸਿੱਧਾ ਸਿੱਧਾ ਬਿਆਨ ਕਰ ਦਿੰਦੀ ਹੈ ਵੀ ਹਾਂ ਇਹ ਇਸ ਵੇਲੇ ਦਾ ਸੀਨ ਹੈ। ਬਟ ਕੁਝ ਐਬਸਟ੍ਰੈਕਟ ਦੇ ਵਿੱਚ ਹੋਣ ਕਰਕੇ ਬਹੁਤ ਸਾਰੇ ਕੁਐਸਚਨਸ ਕਰਦੇ ਨੇ। ਜਦੋਂ ਕੁਐਸਚਨ ਹੁੰਦਾ ਤਾਂ ਮਤਲਬ ਉਹ ਕਿਤੇ ਮੈਂ 1 ਜਾਂ 2% ਹਿੱਸਾ ਦੇ ਪਾਉਂਦੀ ਹਾਂ ਕਿ ਵੀ ਪਤਾ ਲੱਗੇ ਵੀ ਐਟਲੀਸਟ ਹੋਇਆ। ਉੱਥੋਂ ਦੀ ਸਟਾਰਟਿੰਗ ਤੋਂ ਜਿਵੇਂ ਅਸੀਂ ਛੋਟੇ ਹੁੰਦੇ ਤੋਂ ਮੈਨੂੰ ਨਹੀਂ ਲੱਗਦਾ ਮੈਂ ਕੋਈ ਸਬਕ ਮਿਸ ਕੀਤੀ ਹੋਊਗੀ, ਤਾਂ ਉਹ ਮਤਲਬ ਮੇਰੀ ਫੈਮਿਲੀ ਨੂੰ ਮਤਲਬ ਮੈਂ ਦਊਂਗੀ ਵੀ ਹਾਂ ਮੈਨੂੰ ਦੱਸਿਆ ਵੀ ਇੱਥੇ ਐਵੇਂ ਐਵੇਂ ਆ, ਤਾਂ ਹੌਲੀ ਹੌਲੀ ਸਾਰੀ ਆਪਸ ਚ ਕਵਰੇਟ ਹੋਈ। ਐਬਸਟ੍ਰੈਕਟ ਦੀ ਗੱਲ ਜ਼ਿਕਰ ਕਰੀਏ, ਐਬਸਟ੍ਰੈਕਟ ਪੇਂਟਿੰਗ ਉਹ ਮਤਲਬ ਜਿੱਥੇ ਤੁਸੀਂ ਦੇਖ ਕੇ ਕਿਆਸ ਲਗਾ ਸਕਦੇ ਹੋ ਵੀ ਇਹ ਕੋਈ ਆਦਮੀ ਹੈ, ਕੋਈ ਔਰਤ ਹੈ ਜਾਂ ਇੱਦਾਂ ਦਾ ਕੁਝ ਹੋ ਰਿਹਾ ਹੈ, ਬਟ ਐਗਜ਼ੈਕਟਲੀ ਉਹਦੇ ਪਿੱਛੇ ਜਿਹੜਾ ਮੈਸੇਜ ਇੱਕ ਆਰਟਿਸਟ ਕਨਵੇ ਕਰਨਾ ਚਾਹੁੰਦਾ ਹੁੰਦਾ ਹੈ। ਤੇ ਇਸ ਤਰ੍ਹਾਂ ਦੇ ਬੜੇ ਕਿੱਸੇ ਵਾਪਰੇ ਹੋਣਗੇ ਵੀ ਤੁਸੀਂ ਕੁਝ ਬਣਾਇਆ, ਅਗਲੇ ਨੇ ਕੁਛ ਹੀ ਸੋਚ ਲਿਆ ਉਹਨੂੰ। ਇਹ ਬੇਸਿਕਲੀ ਆਮ ਹੁੰਦਾ ਮੇਰੇ ਨਾਲ ਤਾਂ ਸੀਰੀਅਸਲੀ ਆਮ ਹੁੰਦਾ। ਇੱਕ ਨਾ ਮੇਰੀ ਪੇਂਟਿੰਗ ਸੀਗੀ, ਉਹਦੇ ਵਿੱਚ ਮੈंने ਜੰਗਲ ਦਾ ਸੀਨ ਦੱਸਿਆ ਸੀਗਾ, ਉਹ ਸਿਰਫ ਕਲਰਸ ਦੇ ਫਲੋ ਨਾਲ ਸੀਗਾ। ਕਈ ਨੇ ਆ ਕੇ ਲਾ ਇਹ ਕਿੰਨਾ ਸੌਖਾ ਕੰਮ ਅਸੀਂ ਕਰਦੇ ਹਾਂ। ਫਿਰ ਉਹਨਾਂ ਨੂੰ ਨਾ ਨੈਚੁਰਲੀ ਮੇਕ ਬ੍ਰਸ਼ ਆਊਟ ਹੁੰਦੇ ਆ, ਮੈਂ ਲੋ ਬਣਾ ਕੇ ਦਿਖਾਓ ਤੇ ਸਟਾਰਟ ਮੇਕਿੰਗ ਲਾਈਕ ਪੈਨਸਿਲਸ ਨਾਲ, ਹੈ ਨਾ। ਤੇ ਮੈਨੂੰ ਲੱਗੀ ਤਾਂ ਸੱਚੀ ਬਹੁਤ ਔਖਾ ਬਣਦਾ, ਮਤਲਬ ਨਾ ਰਿਐਕਸ਼ਨ ਔਰ ਲਾਈਕ ਉਹ ਸੀਰੀਅਸਲੀ ਨੋਟ ਕਰਨ ਵਾਲਾ ਸੀਗਾ। ਤਾਂ ਮਤਲਬ ਐਵੇਂ ਦੇ ਕਿਸੇ ਬਹੁਤ ਸਾਰੇ ਹੁੰਦੇ ਨੇ, ਕੋਈ ਕਹਿੰਦਾ ਨਾ ਨਹੀਂ ਲੈ ਇਹਦੇ ਚ ਤਾਂ ਮਤਲਬ ਲਾਈਕ ਮੋਮਬੱਤੀ ਨਹੀਂ ਹੈ ਕੁਛ ਹੋ ਰਿਹਾ ਹੈ, ਕੋਈ ਆਪਣੇ ਕਈ ਵਾਰ ਐਵੇਂ ਵੀ ਹੋਇਆ ਇਵਨ ਕਿ ਉਹ ਬਹੁਤ ਸੋਹਣਾ ਮੈਸੇਜ ਦੇ ਕੇ ਗਏ। ਜਿਵੇਂ ਹੁਣ ਜਿਵੇਂ ਸਪੋਜ਼ ਕਰੋ ਇੱਕ ਪੇਂਟਿੰਗ ਹੈ ਜਿਸ 'ਚ ਅਹਿਸਾਸ ਹੋ ਰਿਹਾ ਹੁੰਦਾ ਨਾ, ਮਤਲਬ ਫੇਸ ਹੈ ਨਾ, ਬੈਕ ਸਾਈਡ ਤੇ ਫੇਸ ਹੈ ਤੇ ਫਰੰਟ ਦੇ ਵਿੱਚ ਨਾ ਮਤਲਬ ਬਲੈਕਿਸ਼ ਨਾਲ ਸ਼ੋ ਕੀਤਾ ਹੋਇਆ ਹੈ। ਉਹ ਮੇਰੀ ਆਪਣੀ ਐਗਜ਼ਾਮ ਦੇ ਵਿੱਚ ਦਿੱਤੀ ਸੀ ਪੇਂਟਿੰਗ। ਉਹਦੇ ਵਿੱਚ ਜਦੋਂ ਸਾਰੇ ਦੇਖਦੇ ਨੇ ਨਾ ਉਹ ਬੇਸਿਕਲੀ ਕੀ ਕਹਿੰਦੇ ਨੇ ਵੀ ਇਹ ਥੋੜਾ ਜਿਹਾ ਨਾ ਨਵਾਂ ਜਿਹਾ ਰੂਪ ਦੇ ਕੇ ਵੀ ਤੁਸੀਂ ਆਪਣਾ ਫੇਸ ਬਣਾਇਆ, ਠੀਕ ਹੈ, ਬਟ ਬੇਸਿਕਲੀ ਉਹ ਨਾ ਐਵੇਂ ਦਾ ਬਹੁਤ ਸ਼ਾਂਤੀ ਵਾਲਾ ਫੇਸ ਸੀਗਾ। ਤਾਂ ਮਤਲਬ ਉਹਦੇ ਪੁਆਇੰਟ ਆਫ ਵਿਊ ਕੁਛ ਐਵੇਂ ਜਿਹੇ ਬਣਦੇ ਨੇ, ਉਹਦਾ ਹੋਰ ਮੀਨਿੰਗ ਹੁੰਦਾ, ਮੇਰਾ ਕੁਛ ਹੋਰ, ਪਰ ਕਲਾਸ ਤੇ ਕੁਛ ਨਵਾਂ ਥੀਮ ਦੇ। ਹਾਂ, ਔਰ ਸ਼ਗਨ ਇਹ ਵੀ ਨਾ ਸੋਚਣ ਵਾਲੀ ਗੱਲ ਹੈ ਵੀ ਜਦੋਂ ਇੱਕ ਆਰਟਿਸਟ ਕੁਝ ਪੇਂਟ ਕਰਦਾ ਤੇ ਕਿਵੇਂ ਕਿਵੇਂ ਉਹ ਚੀਜ਼ਾਂ ਨੂੰ ਕਿਆਸਦਾ। ਆਈ ਮੀਨ ਮਤਲਬ ਜਿਵੇਂ ਨਾਰਮਲ ਬੰਦਾ ਕਿਸੇ ਚੀਜ਼ ਨੂੰ ਦੇਖ ਰਿਹਾ ਹੈ ਤੇ ਆਰਟਿਸਟ ਬੰਦਾ ਕਿਸੇ ਚੀਜ਼ ਨੂੰ ਦੇਖ ਰਿਹਾ, ਆਰਟਿਸਟ ਜ਼ਿੰਦਗੀ ਨੂੰ, ਚੀਜ਼ਾਂ ਨੂੰ ਕਿਵੇਂ ਦੇਖਦਾ ਹੈ, ਤੁਸੀਂ ਕਿਵੇਂ ਦੇਖਦੇ ਹੋ? ਬੇਸਿਕਲੀ ਇਹ ਉਹਦੇ ਲਾਈਕ ਕਹਿੰਦੇ ਨਾ ਆਰਟਿਸਟ ਦੀ ਆਬਜ਼ਰਵੇਸ਼ਨ ਬਹੁਤ ਸਟਰੋਂਗ ਹੁੰਦੀ ਹੈ। ਉਹਦਾ ਇਸੇ ਕਰਕੇ ਉਹ ਆਰਟਿਸਟ ਹੁੰਦਾ, ਇਸ ਕਰਕੇ ਉਹ ਆਰਟਿਸਟ ਹੁੰਦਾ ਕਿਉਂਕਿ ਉਹ ਚੀਜ਼ਾਂ ਨੂੰ ਜਦੋਂ ਦੇਖਦੇ ਨਾ ਉਹਦੀ ਸ਼ੇਪ ਨਾਲੋਂ ਉਹਦੀ ਇਮੋਸ਼ਨਸ ਬੇਸਿਕਲੀ ਸਭ ਤੋਂ ਪਹਿਲਾਂ ਉਹਦਾ ਟੈਕਸਚਰ ਹੈ ਨਾ, ਠੀਕ ਹੈ, ਉਹ ਕਿਸ ਮਤਲਬ ਬਹੁਤ ਡੀਪਲੀ ਜਾਇਆ। ਹੁਣ ਜਿਵੇਂ ਮੈਂ ਵੀ ਹੁਣ ਸਪੋਜ਼ ਕਰ ਮੈਂ ਤਾਂ ਗੱਲ ਕਰੀ ਨਾ, ਤਾਂ ਮੇਰੀ ਇੱਕ ਚੀਜ਼ ਦੇ ਵਿੱਚ ਹੈ ਵੀ ਹਾਂ ਵੀ ਇਹ ਚੀਜ਼ ਐਵੇਂ ਕਿਉਂ ਆਏ, ਇਹਦਾ ਟੈਕਸਚਰ ਕਿਵੇਂ ਹੋਊਗਾ, ਠੀਕ ਹੈ, ਜੇ ਮੈਨੂੰ ਹੱਥ ਲਾਉਂਗੀ ਤਾਂ ਕੀ ਸੀਨ ਹੋਊਗਾ, ਤਾਂ ਉਹ ਇਹ ਸਾਰੀ ਆਬਜ਼ਰਵੇਸ਼ਨ ਆਪਣੇ ਆਪ ਹੀ ਹੋਣ ਲੱਗ ਜਾਂਦੀ ਹੈ। ਕਿਉਂਕਿ ਪੇਂਟਿੰਗ ਕਰਦੇ ਕਰਦੇ ਜਿਵੇਂ ਆਪਣੇ ਖਿਆਲ ਹੁੰਦੇ ਨੇ ਉਹ ਦੇਖਣ ਦੇ ਵਿੱਚ ਵੀ ਹੁੰਦੇ ਨੇ ਕਿ ਬੰਦੇ ਦੀ ਪਰਸਨੈਲਿਟੀ, ਹੁਣ ਸਪੋਜ਼ ਕਰੋ ਲਾਈਕ ਕੱਪੜੇ ਪਾਏ ਹੈ ਨਾ, ਲਾਈਕ ਉਹਦੀ ਪਰਸਨੈਲਿਟੀ ਕਿਵੇਂ ਜੀ ਹੋਊਗੀ, ਕਿਉਂਕਿ ਇੱਕ ਇਨਸਾਨ ਦੀ ਪਰਸਨੈਲਿਟੀ, ਉਹਦੀ ਲਾਈਨਸ, ਉਹਦੇ ਤੁਰਨ ਦਾ ਵੇ ਜਾਂ ਫਿਰ ਉਹਦੇ ਕੱਪੜੇ ਪਾਉਣ ਦਾ ਵੇ ਸਾਰਾ ਦੱਸਦੇ ਨੇ। ਤਾਂ ਮਤਲਬ ਮੈਨੂੰ ਲੱਗਦਾ ਵੀ ਮੈਂ ਤਾਂ ਜ਼ਿਆਦਾਤਰ ਐਵੇਂ ਦੇਖਦੀ ਹਾਂ ਵੀ ਹਾਂ ਉਹਨਾਂ ਨੂੰ ਪਤਾ ਲੱਗ ਜਾਂਦਾ। ਪ੍ਰਭਾਵਿਤ ਕਿਹਨਾਂ ਤੋਂ? ਪਿਕਾਸੋ ਜਾਂ ਮੋਨਾਲਿਜ਼ਾ ਦੀ ਪੇਂਟਿੰਗ ਜਿਹਨੂੰ ਲਿਓਨਾਰਡੋ ਦਾ ਵਿੰਸੀ ਨੇ ਡਿਜ਼ਾਈਨ ਕੀਤਾ ਹੈ ਨਾ। ਬੇਸਿਕਲੀ ਮੈਂ ਨਾ ਮੈਂ ਸਾਰਿਆਂ ਦਾ ਵਰਕ ਦੇਖਦੀ ਹਾਂ, ਮੈਂ ਕਿਤੇ ਸਭ ਦਾ ਕਾਪੀ ਕਰ ਮਤਲਬ ਲੈਂਦੀ ਹਾਂ ਕਨਸੈਪਟ। ਪਰ ਮੈਂ ਜਿਵੇਂ ਮੇਨ ਗੱਲ ਕਰਾਂ, ਮੈਂ ਸਿਕੰਦਰ ਸਰ ਚੰਡੀਗੜ੍ਹ ਤੋਂ ਆਰਟਿਸਟ ਨੇ, ਮੈਂ ਉਹਨਾਂ ਤੋਂ ਵੀ ਬਹੁਤ ਕੁਛ ਕਰਦੀ ਹਾਂ। ਮਨਵੀਰ ਮਾਮ ਨੇ, ਠੀਕ ਹੈ, ਮਨਵੀਰ ਮਾਮ ਮੇਰੇ ਕਾਲਜ ਦੇ ਟੀਚਰ ਨੇ ਤੇ ਉਹਨਾਂ ਤੋਂ ਵੀ ਮੈਂ ਬਹੁਤ ਸਾਰੀ ਕੀਤੀ ਸੀ। ਮੈਨੂੰ ਯਾਦ ਹੈ ਮਾਮ ਨਾ ਮੇਰੇ ਮਤਲਬ ਮਾਸਟਰਸ ਵਾਲੀ ਕਲਾਸ ਸਾਨੂੰ ਕਲਾਸ ਦਿੰਦੇ ਹੁੰਦੇ ਸੀ, ਮੈਂ ਉਹਨਾਂ ਦੇ ਵਿੱਚ ਬਹਿ ਜਾਂਦੀ ਸੀ ਕਿ ਮੈਂ ਕੁਛ ਸਿੱਖਣਾ। ਇਵਨ ਨੈਕਸਟ ਡੇ ਮੈਂ ਬਣਾ ਕੇ ਵੀ ਆਉਂਦੀ ਸੀ। ਔਰ ਇਵਨ ਮੈਨੂੰ ਯਾਦ ਹੈ ਮੈਂ ਲਾਈਕ ਪੇਂਟਿੰਗ ਨਾ ਆਇਲ ਪੇਂਟਿੰਗ ਕਰਨੀ ਸਿੱਖਣੀ ਸੀ, ਤਾਂ ਕਲਰਸ ਤਾਂ ਮੈਂ ਖਰੀਦ ਲਿਆ 500-600 ਦੇ ਸੀਗੇ। ਮੈਂ ਆਇਲ ਲਈ ਪੈਸੇ मैंने रिफाइंड ਚੱਕਿਆ और मिक्स करके पेंटिंग बनाई। इवन ਇਹ ਵੀ ਸੀਗਾ ਵੀ ਮੈਨੂੰ ਕੋਈ ਕੈਨਵਸ ਦਾ ਕੱਪੜਾ ਵੀ ਨਹੀਂ ਸੀਗਾ। ਮੈਂ ਨਾ ਮੈਨੂੰ ਕਿਹੜਾ ਪਤਾ ਸੀ ਲੱਕੜ ਚ ਵੀ ਜਿਹੜੇ ਆਇਲ ਆ ਫੈਲ ਜੂਗਾ, ਮੈਂ ਲੱਕੜ ਦੇ ਉੱਪਰ ਬਣਾ ਕੇ ਲੈ ਗਈ। ਤੇ ਮੈਂ ਕਿਹਾ ਸ਼ੁਰੂ ਨਾ ਕੀਤਾ ਜੀ ਹੈ, ਮੈਂ ਕਿਹਾ ਮੈਮ ਮੈਂ ਕੋਲ ਆ ਚੀਜ਼ ਸੀਗੀ ਲਾਈਕ ਮੇਰੇ ਕੋਲ ਆਇਲ ਨਹੀਂ ਸੀਗਾ, ਆਇਲ ਨਾ ਹੋਣ ਕਰਕੇ ਮੈंने ਰਿਫਾइंड यूज करता। ਕਹਿੰਦੇ ਬਾਅਦ ਤਾਂ ਨਵੀਂ ਆਰਟਿਸਟ ਬਣਨਾ।
ਯੂ نو ਐਵੇਂ ਦੇ ਛੋਟੇ ਛੋਟੇ ਕਨਸੈਪਟ ਦੈਟਸ ਹਾਊ ਯੂ ਕੈਨ ਕ੍ਰੀਏਟ ਦ ਥਿੰਗਸ ਨਾ, ਤੁਸੀਂ ਨਵੀਆਂ ਚੀਜ਼ਾਂ ਚੀਜ਼ਾਂ ਤਲਾਸ਼ਦੇ ਹੋ। ਸਿੱਖਣੀਆਂ। ਮੈਂ ਬੜੇ ਆਰਟਿਸਟ ਨੂੰ ਮਿਲੀ ਹਾਂ, ਕੋਈ ਕਹਿੰਦਾ ਮੈਂ ਜਿਵੇਂ ਹੱਥ ਲਾਇਆ ਪੇਂਟਿੰਗ ਨੂੰ, ਮੈਂ ਕਿਹਾ ਵੀ ਇਹ ਤੁਸੀਂ ਕਿਵੇਂ ਬਣਾਈ ਹੈ, ਕਹਿੰਦੇ ਵੀ ਇਹ ਨਾ ਇਹਨੂੰ ਟੈਕਸਚਰ ਦੇਣ ਵਾਸਤੇ ਮੈਂ ਲੂਣ ਪਾਤਾ ਉਹਦੇ 'ਚ, ਖੁਰਦਰਾਪਣ ਦੇਣ ਵਾਸਤੇ, ਤੇ ਕਿਸੇ 'ਚ ਆਟਾ, ਕਿਸੇ 'ਚ ਸਿਲਕ ਮਿਕਸ ਕੀਤਾ। ਮਤਲਬ ਇਸੇ ਤਰ੍ਹਾਂ ਆਰਟਿਸਟ ਇੱਦਾਂ ਤਾਂ ਨਵੀਆਂ ਜਿਹੜੀਆਂ ਇਨਵੈਂਸ਼ਨਸ ਨੇ ਉਵੇਂ ਹੁੰਦੀਆਂ ਨੇ, ਹੈ ਨਾ। ਹੁਣ 5 ਲੱਖ ਦੀ ਪੇਂਟਿੰਗ ਦੀ ਜਿਵੇਂ ਤੁਸੀਂ ਗੱਲ ਕੀਤੀ ਆ, ਤੇ 5 ਲੱਖ ਆਪਾਂ ਕਹਿਣ ਨੂੰ ਇੱਕਦਮ ਨਾ ਕੋਈ ਸੋਚਦਾ ਵਾਓ ਵੀ ਇੰਨੀ ਉਮਰ ਦੇ ਵਿੱਚ ਇੱਕੋ ਹੀ ਪੇਂਟਿੰਗ 'ਚ ਤੁਸੀਂ 5 ਲੱਖ ਕਮਾ ਲਿਆ। ਨਵੇਂ ਬੱਚਿਆਂ ਵਾਸਤੇ ਕਾਫੀ ਇੰਸਪੀਰੇਸ਼ਨ ਹੈ, ਬਟ ਉਹਦੇ ਪਿੱਛੇ ਦੀ ਮਿਹਨਤ ਕਿੰਨੀ ਜ਼ਿਆਦਾ ਸੀ, ਉਹ 'ਤੇ ਖਰਚਾ ਕਿੰਨਾ ਆਇਆ, ਹੈ ਨਾ। ਤੇ ਉਹ ਕੀ ਸੀ, ਉਹ ਜਾਣਨਾ ਚਾਹ ਰਹੀ ਹਾਂ। ਬੇਸਿਕਲੀ ਮੈਂ ਮੈਨੂੰ ਨਾ ਤੁਹਾਡੀ ਗੱਲ ਨਾਲ ਇੱਕ ਕਿੱਸਾ ਯਾਦ ਆ ਗਿਆ। ਪਿਕਾਸੋ ਸਰ ਦੀ ਇੱਕ ਪੇਂਟਿੰਗ ਆ, ਤੇ ਉਹਨਾਂ ਕੋਲ ਇੱਕ ਆਰਟਿਸਟ ਬਣਾਇਆ ਕਿ ਵਿਚਾਰਿਆ ਕਿ ਉਹਨੂੰ ਨੋਰਮਲ ਸੀਗਾ, ਤੇ ਉਹਨਾਂ ਨੇ ਵੀ ਸਾਡੀ ਪੇਂਟਿੰਗ ਬਣਾਈ। ਉਹਨਾਂ ਨੇ ਪੇਂਟਿੰਗ ਬਣਾਈ 2-3 ਮਿੰਟ ਵਿੱਚ, ਤੇ ਉਹਨਾਂ ਨੇ ਦੇਖੋ ਮੈਂ ਉਹਨੂੰ ਸਾਈਨ ਕੀਤੇ, ਤੇ ਕਹਿੰਦੇ ਕਿ ਬਾਅਦ ਆ ਕੇ ਤੁਸੀਂ ਵੇਚੋਗੇ ਨਾ 50,000 ਦੀ ਨੋਰਮਲ ਸ਼ੇਅਰ ਹੋ। ਉਹ ਸੀਰੀਅਸ ਹੋ ਗਿਆ, ਨਹੀਂ ਸਰ ਐਵੇਂ ਕਿਵੇਂ ਹੋ ਸਕਦਾ, 2 ਮਿੰਟ 'ਚ ਬਣਾਈ 50,000 ਕਿਵੇਂ ਬਣ ਗਿਆ। ਉਹ ਗਿਆ, ਉਹਨੂੰ ਲੱਖ ਰੁਪਏ ਵਿੱਚ ਲੋਕ ਦੇਣ ਨੂੰ ਖੁਸ਼ੀ ਗਿਆ ਸੀ, ਕਿਉਂਕਿ ਪਿਕਾਸੋ ਸਰ ਦੀ ਪੇਂਟਿੰਗ ਸੀ, ਤੇ ਪਲੱਸ ਉਹਨਾਂ ਦਾ ਐਕਸਪੀਰੀਅੰਸ ਜਿਹੜਾ ਲਾਈਫ ਸੀ, ਜਦੋਂ ਉਹਨਾਂ ਨੂੰ ਚਲਾ ਵੀ ਹਾਂ ਇਹ ਨਹੀਂ ਕਿਉਂ ਸੇਲ ਹੋਣ ਲੱਗ ਗਈ, ਤਾਂ ਉਹਨੇ ਕਿਹਾ ਵੀ ਇਹ 'ਚ ਮੇਰੇ 40 ਸਾਲ ਇਕੱਠੇ ਹੈ। ਐਗਜ਼ੈਕਟਲੀ। ਜਦੋਂ 40 ਸਾਲ ਦੀ ਮਿਹਨਤ ਇਕੱਠੀ ਹੋ ਕੇ ਫਿਰ ਉਹ ਮੈਟਰ ਨਹੀਂ ਕਰਦਾ ਤੁਸੀਂ 2 ਮਿੰਟ 'ਚ ਬਣਾ ਰਹੇ ਹੋ ਜਾਂ 10 ਮਿੰਟ 'ਚ ਬਣਾ ਰਹੇ ਹੋ, ਕਿਹੜਾ ਮਟੀਰੀਅਲ ਯੂਜ਼ ਕਰਕੇ ਬਣਾ ਰਹੇ ਹੋ। ਤੇ ਇਹ ਸਾਰੀ ਚੀਜ਼ਾਂ ਕਲੈਬ ਹੁੰਦੀਆਂ। ਹੁਣ ਜੇ ਮੈਂ 5 ਲੱਖ ਦੀ ਵਾਲੀ ਵੀ ਗੱਲ ਕਰਾਂ, ਜਦੋਂ ਮੈਂ ਉਹ ਪੇਂਟਿੰਗ ਬਣਾਈ ਸੀ ਨਾ, ਤਾਂ ਉਹਦੇ 'ਚ ਮੇਰੇ ਇਮੋਸ਼ਨ ਸੀ, ਲਾਈਕ ਵੈਦਰ, ਮਤਲਬ ਜੋ ਮੈਂ ਉਹਨਾਂ ਪੇਂਟਿੰਗ ਐਗਜ਼ੈਕਟਲੀ ਕੀ ਸੀ, ਬੇਸਿਕਲੀ ਛੋਟੇ ਸਾਹਿਬਜ਼ਾਦਿਆਂ ਦੀ ਪੇਂਟਿੰਗ ਸੀ, ਠੀਕ ਹੈ। ਉਹਨਾਂ ਦਾ ਉਹ ਜਿਹੜੀ ਠੰਡ ਮਹਿਸੂਸ ਕਰ ਰਹੇ ਸੀਗੇ, ਹੈ ਨਾ, ਉਹ ਪੂਰਾ ਵੈਦਰ ਉਹਦੇ ਵਿੱਚ ਪ੍ਰੈਜ਼ੈਂਟ ਸੀਗਾ। ਤਾਂ ਕਰਕੇ ਇਹ ਇਮੋਸ਼ਨਸ ਮੈਂ ਤੁਹਾਡੀ ਅੱਖਾਂ 'ਚ ਦੇਖ ਪਾ ਰਹੀ ਹਾਂ। ਇਹ ਨੋਰਮਲੀ ਹੋ ਜਾਂਦਾ ਐਕਚੁਅਲੀ, ਜਦੋਂ ਆਪਾਂ ਇਸ ਚੀਜ਼ ਤੇ ਸੰਦ ਰਹਿ ਕੇ ਚੀਜ਼ ਨਾਲ ਰਹਿੰਦੇ ਨਾ, ਕਿਤੇ ਕਿਤੇ ਅਟੈਚਮੈਂਟ। ਅੱਛਾ, ਜਿਵੇਂ ਪਿਕਾਸੋ ਬਾਰੇ ਕਿਹਾ ਜਾਂਦਾ ਹੈ ਵੀ ਉਹ ਨਾ ਮੋਰਚਰੀ 'ਚੋਂ ਮੁਰਦੇ ਚੋਰੀ ਕਰ ਲੈਂਦੇ ਸੀ, ਹੈ ਨਾ, ਫਿਰ ਉਹਨਾਂ ਨੂੰ ਕੱਟ ਕੇ ਉਹਨਾਂ ਦੀ ਵੀਨਸ ਦੇਖਦੇ ਹੁੰਦੇ ਸੀ, ਨਾੜੀਆਂ ਵੀ ਕਿਵੇਂ ਜਾ ਰਹੀਆਂ ਨੇ। ਤਾਂ ਮਤਲਬ ਆਲੇ ਦੁਆਲੇ ਵਾਲੇ ਲੋਕਾਂ ਨੂੰ ਜਦੋਂ ਸਮੈਲ ਆਉਂਦੀ ਸੀ ਵੀ ਇੰਨੀ ਵਰਸਟ ਸਮੈਲ ਆ ਰਹੀ ਹੈ, ਤਾਂ ਫਿਰ ਮਤਲਬ ਪਤਾ ਲੱਗਿਆ ਵੀ ਉਹਨਾਂ ਨੇ ਬੇਸਮੈਂਟ 'ਚ ਮੁਰਦੇ ਛੁਪਾਏ ਹੋਏ ਸੀ। ਸੋ ਇੱਦਾਂ ਦੀਆਂ ਜਦੋਂ ਆਪਾਂ ਚੀਜ਼ਾਂ ਪੜ੍ਹਦੇ, ਜਾਂ ਮੋਨਾਲੀਸਾ ਦੀ ਮੈਂ ਗੱਲ ਕਰਾਂ ਵੀ ਉਹ ਡਿਸਕਵਰੀ ਚੈਨਲ ਨੇ ਉਹਨਾਂ 'ਤੇ ਕਿੰਨੇ ਫੀਚਰਸ ਕੀਤੇ ਹੈ। ਉਹ ਕਹਿੰਦੇ ਵੀ ਅਸੀਂ ਜਿੰਨੀ ਵਾਰ ਇਹ ਪੇਂਟਿੰਗ ਨੂੰ ਦੇਖਿਆ, ਜਿੰਨੀ ਵਾਰ ਇਹਨੂੰ ਡੀਕੋਡ ਕੀਤਾ, ਤਾਂ ਨਵੀਆਂ ਚੀਜ਼ਾਂ ਬਾਹਰ ਆਈਆਂ ਨੇ। ਉਹਦੇ ਹੱਥਾਂ ਦੀ ਜਿਹੜੀ ਅਦਾ ਜਿਸ ਤਰੀਕੇ ਨਾਲ ਰੱਖੀ ਹੋਈ ਹੈ, ਜੇ ਉਹਨੂੰ ਮਿਰਰ 'ਚ ਦੇਖਦੇ ਆ ਉਹ ਪੇਂਟਿੰਗ ਕੁਝ ਹੋਰ ਬਿਆਨ ਕਰਦੀ ਹੈ, ਜੇ ਉਹਨੂੰ ਪੁੱਠਾ ਕਰਦੇ ਆ ਤਾਂ ਪੇਂਟਿੰਗ ਕੁਝ ਹੋਰ ਬਿਆਨ ਕਰਦੀ ਹੈ। ਸੋ ਇਨਸਪੀਰੇਸ਼ਨ ਜਿਹੜੀ ਹੈ ਨਾ, ਵੀ ਤੁਹਾਨੂੰ ਕਿਵੇਂ ਮਿਲਦੀ ਜਦ ਤੁਸੀਂ ਇਸ ਤਰ੍ਹਾਂ ਦੇ ਲੋਕਾਂ ਦੀਆਂ ਗੱਲਾਂ ਸੁਣਦੇ ਹੋ? ਬੇਸਿਕਲੀ ਮੈਂ ਤੁਹਾਨੂੰ ਦੱਸਿਆ ਮੈਨੂੰ ਬੁੱਕਸ ਪੜ੍ਹਨ ਦਾ ਸ਼ੌਂਕ ਹੈ ਨਾ, ਬੁੱਕਸ ਪੜ੍ਹਨ ਦੇ ਨਾਲ ਮੈਨੂੰ ਕੁਝ ਨਵਾਂ ਕਰਨ ਦਾ ਬਹੁਤ ਸ਼ੌਂਕ ਹੈ ਕਿ ਹੁਣ ਬਸ ਨਹੀਂ ਮੇਰੇ ਲਈ ਲਾਈਕ ਮੈਨੂੰ ਐਵੇਂ ਹੁੰਦਾ ਵੀ ਜਦੋਂ ਮੈਂ ਸਟੱਡੀ ਕੰਪਲੀਟ ਕਰਨ ਮੈਨੂੰ ਹੋ ਗਈ ਤਾਂ ਨੀਅਰ 2 ਸਾਲ ਹੋ ਗਏ ਮਾਸਟਰਸ ਕੰਪਲੀਟ ਕੀਤੀ, ਮੈਂ ਹੁਣ PhD ਤਿਆਰੀ ਕਰ ਰਹੀ ਹਾਂ। ਬਟ ਮੇਰੇ ਮਨ 'ਚ ਕੁਐਸਚਨ ਹੁੰਦਾ ਹੈ ਵੀ ਸ਼ੁੱਧ ਬਸ ਨਹੀਂ ਕੀ ਕਰ ਰਹੀ ਹੈ ਨਾ। ਫਿਰ ਮੈਂ ਬੁੱਕਸ ਪੜ੍ਹਦੀ ਹਾਂ, ਕੁਝ ਮੈਨੂੰ ਮੈਂ ਇਹਨਾਂ ਦੀ ਜਦੋਂ ਪੜ੍ਹਦੀ ਹਾਂ ਵੀ ਇਹਨਾਂ ਨੇ ਇੰਨਾ ਸਟਰਗਲ ਕੀਤਾ, ਇਸ ਨੇ ਕੁਝ ਕੀਤਾ ਹੀ ਨਹੀਂ ਹੈ, ਠੀਕ ਹੈ। ਤਾਂ ਕਿਤੋਂ ਉਹ ਸਿੱਖਣ ਦੀ ਮਿਲਦੀ ਵੀ ਹਾਂ ਇੱਥੇ ਐਵੇਂ ਨਹੀਂ ਆਹ ਚੀਜ਼ ਹੈ, ਠੀਕ ਹੈ। ਕੁਝ ਲਾਈਕ ਜਿਵੇਂ ਕਹਿੰਦੇ ਨਾ ਬਲੈਸਡ ਦਿਨਾਂ ਮੈਂ ਟੀਚਰਸ ਨੂੰ ਬਹੁਤ ਬਲੈਸਡ ਮਿਲੇ ਹੋਏ ਨੇ, ਤਾਂ ਉਹਨਾਂ ਚੀਜ਼ਾਂ ਗਾਈਡ ਕਰਦੇ ਰਹਿੰਦੇ ਨੇ ਟਾਈਮ ਟੂ ਟਾਈਮ, ਤੇ ਸਾਰੀ ਚੀਜ਼ਾਂ ਕਿਤੇ ਤੁਹਾਨੂੰ ਮੋਟੀਵੇਟ ਕਰਦੀ ਵੀ ਨਹੀਂ ਚੱਲ ਹੁਣ ਅੱਗੇ। ਈਵਨ ਇੱਕ ਮੈਨੂੰ ਯਾਦ ਹੈ ਮੈਂ ਇੱਕ ਮੈਨੂੰ ਲਾਈਕ ਮੌਕਾ ਮਿਲਿਆ ਸੀ, ਮੈਂ ਐਗਜ਼ੀਬਿਸ਼ਨ ਲਾਣੀ ਹੈ ਅਨੰਦਪੁਰ ਸਾਹਿਬ, ਜਦੋਂ ਮੈਂ ਉੱਥੇ ਹੋਲਾ ਮਹੱਲੇ ਦੀ ਪੇਂਟਿੰਗ ਦੀ ਐਗਜ਼ੀਬਿਸ਼ਨ ਲਗਾਉਣੀ ਮੇਰੀ ਲਈ ਬਹੁਤ ਟਫ ਸੀਗਾ, ਕਿਉਂਕਿ ਸਾਰਾ ਸਮਾਨ ਲਾਈਕ ਲੈ ਕੇ ਜਾਣਾ ਈਜ਼ਲਸ, ਹੈ ਨਾ, ਇੱਕ ਤਾਂ ਚੱਲ ਗਈ ਮੈਂ ਮੈਂ ਜਦੋਂ ਉੱਥੇ ਜਾ ਕੇ ਨਾ ਕਿ ਸਾਰੇ ਹੋਲੇ ਮਹੱਲੇ 'ਚ ਥੋੜਾ ਬਿਜ਼ੀ ਸੀਗੇ, ਪੇਂਟਿੰਗਸ ਰਿਵਿਊ ਸੀ ਕਿ ਨੈਗੇਟਿਵ ਥੋੜੇ ਘੱਟ ਸੀ, ਮਤਲਬ ਮੈਨੂੰ ਜਿੰਨਾ ਪੋਜ਼ਿਟਿਵ ਮਿਲਿਆ ਥੋੜਾ ਘੱਟ ਸੀ। ਪਰ ਇੱਕ ਇੰਨਾ ਸੋਹਣਾ ਇੰਸੀਡੈਂਟ ਹੋਇਆ ਨਾ, ਛੋਟੀ ਬੱਚੀ ਆਈ ਭੱਜੀ, ਮੈਂ ਨਹੀਂ ਜਾਣਦੀ ਕੌਣ ਸੀ ਕਿ ਕੌਣ ਕਿਵੇਂ ਸੀ, ਮੈਂ ਕਿਵੇਂ ਜਾਣਦੀ ਮੈਨੂੰ ਨਹੀਂ ਪਤਾ, ਆਈ ਤੇ ਸ਼ਰਦੋ ਨਾ ਆਟੋ ਉਹ ਤੁਸੀਂ ਬਹੁਤ ਸੋਹਣੀ ਪੇਂਟਿੰਗ ਕਰਦੇ ਹੋ, ਸੀਰੀਅਸਲੀ ਮੇਰਾ ਦਿਲ ਭਰ ਗਿਆ। ਈਵਨ ਸਾਰੀ ਰਾਤ ਨਹੀਂ ਸੀ ਸੁੱਤੇ ਉਸ ਟਾਈਮ, ਕਿਉਂਕਿ ਸਾਨੂੰ ਕੋਈ ਮਤਲਬ ਸੌਣ ਦਾ ਅਰੇਂਜਮੈਂਟ ਨਹੀਂ ਬਣਿਆ। ਈਵਨ ਅਸੀਂ ਜਿੱਥੇ ਅਸੀਂ ਪੇਂਟਿੰਗਸ ਲੈ ਕੇ ਗਏ ਨਾ, ਅਸੀਂ ਉੱਥੇ ਬੈਠੇ ਸੁੱਤੇ ਰਹੇ ਰਾਤ ਨੂੰ, ਤਾਂ ਬਹੁਤ ਜ਼ਿਆਦਾ ਥਕਾਨ ਪੂਰੀ ਡਬਲ ਸੀ।
ਪਰ ਜਦੋਂ ਉਹਨੇ ਆ ਕੇ ਕਿਹਾ ਨਾ ਮੈਮ ਮੈਂ ਸੈਲਫੀ ਲੈ ਲਵਾਂ ਤੁਸੀਂ ਸ਼ਗਨ ਹਟੋ ਮਤਲਬ ਮੇਰੀ ਨਾ ਥਕਾਨ ਤੇ ਇਹ ਚੀਜ਼ਾਂ ਮੈਨੂੰ ਮੋਟੀਵੇਟ ਕਰਦੀਆਂ ਠੀਕ ਹੈ ਅੱਛਾ ਵੈਨ ਵੀ ਟਾਕ ਅਬਾਊਟ ਦ ਵਰਲਡ ਰਿਕਾਰਡ ਹੈ ਨਾ ਵਰਲਡ ਰਿਕਾਰਡ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਛੋਟੀ ਗੱਲ ਨਹੀਂ ਹੈ ਬਲਕਿ ਵੀ ਦੁਨੀਆ 'ਚ ਇਕਲੌਤੀ ਸ਼ਗੁਨ ਹੈ ਨਾ ਤਾਂ ਉੱਥੇ ਤੱਕ ਪਹੁੰਚਣ ਲਈ ਆਫ ਕੋਰਸ ਮਿਹਨਤ ਬਹੁਤ ਲੱਗੀ ਹੈ ਤੇ ਕ੍ਰਾਈਟੇਰੀਆ ਕੀ ਹੈ ਜਿਹੜੇ ਲੋਕ ਸਿੱਖ ਰਹੇ ਹੈ ਪੇਂਟਿੰਗ ਨਵੇਂ ਬੱਚੇ ਇਸ ਫੀਲਡ ਨੂੰ ਅਪਣਾਉਣਾ ਚਾਹੁੰਦੇ ਹੈ ਕਿਉਂਕਿ ਨਾ ਜਿਵੇਂ ਮੇਰਾ ਬੇਟਾ ਵੀ ਉਹਨੂੰ ਰੰਗਾਂ ਦਾ ਬੜਾ ਸ਼ੌਂਕ ਹੈ ਕਿਉਂਕਿ ਛੋਟੇ ਬੱਚੇ ਜਿਨ੍ਹਾਂ ਦਾ ਮਨ ਬਿਲਕੁਲ ਸਾਫ਼ ਹੁੰਦਾ ਉਹਨੂੰ ਤਿਤਲੀ ਰੰਗੀਨ ਦੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਫੈਸੀਨੇਟਿੰਗ ਲੱਗਦੀਆਂ ਤੇ ਜਦੋਂ ਇਹਨੂੰ ਆਪਣੇ ਪਿਆਰ ਨੂੰ ਜਿਹੜਾ ਉਹ ਕਲਾ ਬਣਾ ਲੈਂਦੇ ਆ ਫਿਰ ਸੋਨੇ ਤੇ ਸੁਹਾਗਾ ਹੈ ਸੋ ਵਰਲਡ ਰੈਕਡ ਦਾ ਕ੍ਰਾਈਟੇਰੀਆ ਕੀ ਹੈ ਤੁਸੀਂ ਇੱਥੋਂ ਤੱਕ ਕਿਵੇਂ ਪਹੁੰਚੇ ਇਹ ਜਲਦੀ ਗੱਲ ਕਰੀਏ ਬੇਸਿਕਲੀ ਇਹ ਸਭ ਬੜਾ ਸੋਹਣਾ ਸੀਗਾ ਕਿ ਕਾਲਜ ਸਟੂਡੈਂਟ ਨੇ ਲਰਨ ਕਰਦੇ ਰਹੇ ਬਹੁਤ ਸਾਰੇ ਲੋਕਾਂ ਨੂੰ ਮਿਲੇ ਲਾਈਕ ਡਿਸਟ੍ਰਿਕਟ ਨਾਲ ਵਰਕ ਕੀਤਾ ਉਸ ਤੋਂ ਬਾਅਦ ਮੈंने ਇੱਕ ਆਰਟਿਸਟ ਸਰ ਨਾਲ ਵੀ ਡਾਕਟਰ ਬਲਜਿੰਦਰ ਸਰ ਨਾਲ ਨਾ ਉਹਨਾਂ ਨੇ ਇੱਕ ਇਵੈਂਟ ਆਰਗੇਨਾਈਜ਼ ਕੀਤਾ ਸੀਗਾ ਤਾਂ ਮੈਂ ਉਹ 'ਚ ਪਾਰਟਿਸਿਪੇਟ ਕੀਤਾ ਫਿਰ ਮੈਂ ਉਹਨਾਂ ਨਾਲ ਕਰਦੇ ਇੱਕ ਵਰਲਡ ਰਿਕਾਰਡ ਤੱਕ ਪਹੁੰਚੀ ਫਰਸਟ ਵਰਲਡ ਰਿਕਾਰਡ ਜਦੋਂ ਉੱਥੇ ਪਹੁੰਚੇ ਮੈਂ ਬਹੁਤ ਮਤਲਬ ਕਲੀ ਗਈ ਸੀ ਮਤਲਬ ਕਿ ਥੋੜਾ ਹਾਰਡ ਸੀਗਾ ਮੇਰੇ ਲਈ ਜਾਣਾ ਕਿ अर्ਲੀ ਮਾਰਨਿੰਗ ਆਈ ਗੈਸ ਮੈਂ 3 ਵਜੇ ਨਿਕਲ ਗਈ ਸੀ ਬਾਈ ਬੱਸ ਤਾਂ ਜਦੋਂ ਪਹੁੰਚੀ ਉੱਥੇ ਬੜੀ ਇਵੈਂਟ ਕੀਤਾ ਰੰਗੋਲੀ ਬਣਾਈ ਉੱਥੇ ਮਤਲਬ ਪੂਰੀ ਲਾਈਫ ਸੀਗੀ ਮਿਲਖਾ ਸਿੰਘ ਦੀ ਲਾਈਫ ਨੂੰ ਲੈ ਕੇ ਪਹਿਲਾਂ ਮੈਂ ਪੜ੍ਹਿਆ ਵੀ ਹੈ ਨਾ ਕੀ ਕਨਸੈਪਟ ਹੋਣਗੇ ਜਾਂ ਨਹੀਂ ਲਾਈਫ ਕਿਵੇਂ ਸੀਗੀ ਤੇ ਜਦੋਂ ਫਿਰ ਗਈ ਤਾਂ ਮੈਨੂੰ ਕਨਸੈਪਟ ਤਾਂ ਕਲੀਅਰ ਸੀਗੇ ਤਾਂ ਫਿਗਰਸ ਵੀ ਕਲੀਅਰ ਸੀ ਤਾਂ ਮੈਨੂੰ ਇੱਕ ਗਰੁੱਪ ਦਾ ਇੰਚਾਰਜ ਬਣਾਇਆ ਗਿਆ ਵੀ ਤੂੰ ਐਵੇਂ ਕਰਨਾ ਤਾਂ ਅਸੀਂ ਉਹ ਬਣਾਇਆ ਤਾਂ ਉਹ ਫਰਸਟ ਬਣ ਗਿਆ ਸੈਕਿੰਡ ਥਰਡ ਵੀ ਅਸੀਂ ਗਰੁੱਪ ਦੇ ਵਿੱਚ ਬਣਾਇਆ ਤੇ ਹੁਣ ਮੈਂ ਫੋਰਥ ਵਰਲਡ ਰਿਕਾਰਡ ਜਿਹੜਾ ਬਣਾਉਣ ਦੀ ਪਲੈਨਿੰਗ ਚੱਲ ਰਹੀ ਆ ਪ੍ਰੋਸੈਸ ਚੱਲ ਰਿਹਾ ਮੈਂ ਇੰਡੀਵਿਜੂਅਲ ਚੱਲ ਰਿਹਾ ਤਾਂ ਕਿ ਮੈਨੂੰ ਐਵੇਂ ਆ ਵੀ ਕੁਝ ਨਵਾਂ ਹੋਇਆ ਜਾਵੇ ਜੀ ਮਿਲਖਾ ਸਿੰਘ ਰਿਗਾਰਡਿੰਗ ਤੁਹਾਨੂੰ ਵੀ ਦੱਸ ਦਈਏ ਵੀ 1 ਕਿਲੋਮੀਟਰ ਲੰਬੀ ਪੇਂਟਿੰਗ ਹੈ ਨਾ ਉਹ ਕੀਤੀ ਗਈ ਸੀ ਫਿਰ ਜਿਵੇਂ ਵਾਲ ਪੇਂਟਿੰਗਸ ਹੈ ਬ੍ਰਿਜਸ ਨੇ ਜਿਹੜੀਆਂ ਉਹਨਾਂ ਨੂੰ ਆਪਾਂ ਡਿਜ਼ਾਈਨ ਕਰਦੇ ਹਾਂ ਵੱਡੇ ਸ਼ਹਿਰਾਂ 'ਚ ਆਮ ਦੇਖਣ ਨੂੰ ਮਿਲਦਾ ਹੈ ਗੁਜਰਾਤ ਹੈ ਜੈਪੁਰ ਹੈ ਬੰਬੇ ਹੈ ਇੱਥੇ ਮੈਂ ਇਹ ਚੀਜ਼ਾਂ ਆਮ ਦੇਖੀਆਂ ਨੇ ਤੇ ਉਹ ਬਹੁਤ ਸੋਹਣਾ ਲੱਗਦਾ ਹੈ ਜਦੋਂ ਤੁਸੀਂ ਸ਼ਹਿਰ ਨੂੰ ਡਿਜ਼ਾਈਨ ਕਰਦੇ ਹੋ ਤੇ ਸ਼ਗੁਨ ਇਹ ਕੁਝ ਵੀ ਕਰ ਚੁੱਕੇ ਹੈ ਮੈਂ ਵਾਲ ਪੇਂਟਿੰਗਸ ਬਹੁਤ ਕੀਤੀਆਂ ਇਵਨ ਮੈਂ ਲਾਈਕ ਮੈਨੂੰ ਕਿਸੇ ਦਾ ਪਾਰਕ ਵੀ ਕੀਤਾ ਸੀਗਾ ਮੈਨੂੰ ਅੱਛਾ ਲੱਗਿਆ ਕਿਉਂਕਿ ਉਹ ਜਦੋਂ ਰੰਗ ਨਾਲ ਰੰਗ ਬਣ ਜਾਂਦਾ ਨਾ ਤਾਂ ਵੱਖਰੇ ਰੰਗ ਬਣ ਜਾਂਦਾ ਨਾ ਤਾਂ ਕਿੰਨੀ ਲੰਬੀ ਪੇਂਟਿੰਗ ਸੀ ਉਹਦੇ ਵਿੱਚ ਕੀ ਕੁਝ ਮੁਸ਼ਕਿਲਾਤ ਰਹਿੰਦੇ ਆ ਕਿਉਂਕਿ ਤੁਹਾਡੀ ਹਾਈਟ ਇੱਕ ਸੀਮਿਤ ਉਹਦੇ ਤੇ ਹੁੰਦੀ ਹੈ ਤੁਸੀਂ ਇੰਨਾ ਬ੍ਰਿਜ ਦੀ ਐਡੀ ਵੱਡੀ ਵਾਲ ਤੇ ਪੇਂਟ ਕਰਨਾ ਹੁੰਦਾ ਗਿਰਨ ਦਾ ਡਰ ਵੀ ਹੁੰਦਾ ਕਿਉਂਕਿ ਆਰਟਿਸਟ ਤਾਂ ਉਹ ਥਾਂ ਤੇ ਪ੍ਰੈਜ਼ੈਂਟ ਹੀ ਨਹੀਂ ਹੁੰਦਾ ਨਾ ਉਹ ਆਪਣੇ ਵਰਲਡ 'ਚ ਗਵਾਚਿਆ ਹੁੰਦਾ ਮੈंने मतलब मैं कभी ना आज तक कहने ना मैंने डिफिकल्टीज नहीं की थी छोटे होते जब बच्चे खेलते थे ना पौड़ियां चढ़ के इधर करना मैं कुछ नहीं कीता सीगा पर कहने ना मैं नवा बचपन जीता जिਵੇਂ पेंटिंग कर ले ਤਾਂ ਪੌੜੀਆਂ ਚੜੇ ਤਾਂ ਮੈਨੂੰ ਹੁਣ ਸਟੂਡੈਂਟਸ ਕਹਿੰਦੇ ਨੇ ਦੀਦੀ ਤੁਹਾਨੂੰ ਡਰ ਨਹੀਂ ਲੱਗਦਾ ਮੈਂ ਦੂਜੀਆਂ ਪੌੜੀਆਂ ਕਦੇ ਉੱਪਰ ਚੜ ਕੇ ਨੀਚੇ ਤੱਕ ਇਵਨ ਇੱਕ ਵਾਰੀ ਐਵੇਂ ਟੁੱਟੀ ਜਿਹੀ ਪੌੜੀ ਸੀਗੀ ਮੈਂ ਚੜ ਗਈ ਕਰਦੇ ਮਤਲਬ ਮੇਰਾ ਪੈਰ ਫਿਸਲਿਆ ਮੈਂ ਇੱਕਦਮ ਨੀਚੇ ਫਿਰ ਮੇਰੇ ਇਵਨ ਜਿਹੜਾ ਕਲਰ ਹੱਥ 'ਚ ਸੀ ਉਹ ਮੇਰੇ ਸਿਰ 'ਚ ਆ ਗਿਆ ਜੇ ਮਤਲਬ ਮੈਂ ਨਹਾ ਲਿਆ ਕਲਰਸ ਨਾਲ ਤਾਂ ਐਵੇਂ ਦੇ ਬਹੁਤ ਸਾਰੇ ਇਵੈਂਟਸ ਹੁੰਦੇ ਸੀ ਮਤਲਬ ਹੁੰਦਾ ਰਹਿੰਦਾ ਐਕਟੀਵਿਟੀਜ਼ ਕੁਛ ਨਵੀਆਂ ਕੁਛ ਨਿਊ ਕੁਛ ਮੋਟੀਵੇਟ ਕਰਦੀਆਂ ਅੱਛਾ ਹੁਣ ਜਿਵੇਂ ਪੜ੍ਹਾਈ ਹੈ ਪੜ੍ਹਾਈ ਦੇ ਨਾਲ ਵਰਲਡ ਰੈਕੋਰਡਸ ਦੀ ਫਿਰ ਉਹ ਕ੍ਰਾਈਟੇਰੀਆ ਤੁਸੀਂ ਪੂਰਾ ਕਰਦੇ ਰਹਿੰਦੇ ਹੋ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਹੈ ਨਾ ਜਿਹੜੀਆਂ ਫੁੱਲਫਿਲ ਕਰਕੇ ਦੇਣੀਆਂ ਹੁੰਦੀਆਂ ਫਿਰ ਉਸ ਤੋਂ ਬਾਅਦ ਅਨਡਾਊਟਡਲੀ ਵੀ ਤੁਸੀਂ ਨੇਲ ਆਰਟ ਵੀ ਕਰਦੇ ਹੋ ਤੁਸੀਂ ਟੈਟੂ ਮੇਕਿੰਗ ਵੀ ਸਿੱਖੀ ਹੈ ਫਿਰ ਸੂਟ ਵੀ ਪੇਂਟ ਕਰ ਲੈਂਦੇ ਹੋ ਫਿਰ ਐਬਸਟਰੈਕਟ ਵੀ ਕਰਦੇ ਹੋ ਮਤਲਬ ਕਿ ਨੰਬਰ ਆਫ ਥਿੰਗਸ ਯੂ ਟਰਾਈਡ ਹੈ ਨਾ ਤੇ ਨੇਲ ਆਰਟ ਤੇ ਟੈਟੂ ਬਾਰੇ ਮੇਰੀ ਕਿਉਰਿਓਸਿਟੀ ਹੈ ਪਰਸਨਲੀ बेसिकली मैं नेल आर्ट जो मतलब पहले मैं टैटू वर्क सीखा टैटू वर्क ना मतलब थोड़ा मेरे लिए नवा सीखा क्योंकि मैं आज अपनी लाइफ में हुन तक नहीं देखा भी लाइक कोई पूरी टैटू कर रही हो मैं जो सीखा मेरे को स्टूडेंट्स आंदे सी पेंटिंग सीखने जी ठीक है जब पेंटिंग सीखना आंदा सी ਉਹ ਸਟੂਡੀਓ ਚ ਕਹਿੰਦਾ ਦੀਦੀ ਤੁਸੀਂ ਆਓ ਮੇਰੇ ਸਟੂਡੀਓ ਤੁਸੀਂ ਦੇਖਿਆ ਤੁਹਾਡੇ ਲਈ ਤਾਂ ਬਹੁਤ ਈਜ਼ੀ ਹੈ ਤੁਸੀਂ ਇੰਨੀ ਸੋਹਣੀ ਪੇਂਟਿੰਗ ਬਣਾਉਂਦੇ ਹੋ ਤੁਹਾਡੇ ਲਈ ਤਾਂ ਕੋਈ ਵੱਡੀ ਗੱਲ ਨਹੀਂ ਹੈ ਨੇ ਮੈਨੂੰ ਇਨਵਾਈਟ ਕੀਤਾ ਮੈਂ ਵੀ ਗਈ ਮੈਨੂੰ ਮੇਰੇ ਹੋਈ ਕਿ ਜਿਵੇਂ ਕੀੜਾ ਇੱਕ ਸਿੱਖਣ ਦਾ ਮੈਂ ਦਿਖਾਈ ਹੈ ਜਿਹੜੀ ਮਸ਼ੀਨ ਹੈ ਤੁਹਾਡੀ ਵੀ ਉਹਦੀ ਫਿਕਸ ਕੀ ਨੀਤੀ ਮੈਂ ਚਲਾਉਣ ਲੱਗੀ ਮੇਰੇ ਲਈ ਤਾਂ ਸੌਖਾ ਹੀ ਬੜਾ ਹੈ ਮੇਰੇ ਲਈ ਮੈਂ ਕਿ ਮੈਂ ਸਿੱਖਣਾ ਠੀਕ ਆ ਤੇ ਮੈਂ ਜਦ ਮੈਨੂੰ ਪੇ ਕਰਨ ਨੂੰ ਤਿਆਰ ਆ ਲੈਟਸ ਟੂ ਸਿਖਾ ਤਾਂ ਉਹਦਾ ਕੁਝ ਰੀਜ਼ਨ ਪਰਸਨਲ ਰੀਜ਼ਨ ਹੋਣ ਕਰਕੇ ਉਹ ਮੈਨੂੰ ਕੰਟੀਨਿਊ ਨਹੀਂ ਕਰ ਪਾਇਆ ਫਿਰ ਮੇਰਾ ਵੀ ਕਿਤੇ ਹਿੱਲ ਗਿਆ ਫਿਰ ਮੈਨੂੰ ਟੀਚਰ ਮਿਲਿਆ टीचर मिलन दे नाल ओ ना एक्चुअली
ਆਊਟ ਆਫ ਇੰਡੀਆ ਦੇ ਸੀ ਜੀ ਤੇ ਉਹਨਾਂ ਨੇ ਮੈਨੂੰ ਨਾ ਇੱਕ ਮੇਰੀ ਐਗਜ਼ਾਮ ਲਿੱਤਾ ਕਿਉਂਕਿ ਮੈਨੂੰ ਪਤਾ ਸੀ ਮੈਂ ਸਿਰਫ 5 ਵਜੇ ਨਾ ਕਲਾਸਿਸ ਸਟਾਰਟ ਕਰ ਰਹੀ ਹਾਂ ਕਿ ਮੈਂ 5 ਬੈਚ ਹੁੰਦੇ ਸੀ ਮੇਰੇ ਰੋਜ਼ ਦੇ 5 ਬੈਚ ਹੋਣ ਕਰਕੇ ਕੰਟੀਨਿਊਟੀ ਲਾਈਕ ਚੱਲਦੀ ਰਹਿੰਦੀ ਆ ਅਪ ਐਂਡ ਡਾਊਨ ਤੇ ਮੇਰੇ ਲਈ ਉਹ ਟਾਈਮ ਦੇਣਾ ਬਹੁਤ ਟਫ ਸੀਗਾ ਇਵਨ ਲੋਕਡਾਊਨ ਦੇ ਵਿੱਚ ਵੀ ਮੈਂ ਬਹੁਤ ਹਾਰਡ ਵਰਕ ਕੀਤਾ ਆਨਲਾਈਨ ਕਲਾਸਿਸ ਕੀਤੀਆਂ ਤੇ ਉਸ ਟਾਈਮ ਫਿਰ ਕੀ ਹੋਇਆ ਉਹਨਾਂ ਨੇ ਮੈਨੂੰ ਨਾ ਰਾਤ ਨੂੰ ਪੂਰੀ ਰਾਤ ਮੈਨੂੰ ਟੈਟੂ ਦਿਖਾਇਆ ਵੀ ਆਵੇਂ ਨਹੀਂ ਆ ਬੰਨਾ ਨਹੀਂ ਆ ਬੰਨਾ ਮੈਂ ਪੂਰੀ ਰਾਤ ਉੱਠੀ 5 ਵਜ ਗਏ ਬਾਹਰ ਬੈਲ ਵੱਜੀ ਮੇਰੇ ਘਰ ਦੀ ਤੇ ਫੋਨ ਚਿਵਾ ਜੀ ਕਹਿੰਦੇ ਸ਼ਗਨ ਤੈਨੂੰ ਮੈਂ ਕੰਗ੍ਰੈਚੁਲੇਸ਼ਨ ਦੂੰਗਾ ਕਿ ਮੈंने ਇੱਕ ਸਟੂਡੈਂਟ ਲੱਭ ਲਿਆ ਸੀ ਆਪਣਾ ਠੀਕ ਹੈ ਵੀ ਜਿਹੜਾ ਬੱਚਾ ਸਿੱਖੇ ਦਿਲ ਤੋਂ ਤੇ ਦਿਲ ਤੋਂ ਦੇ ਤੇ ਮੈਂ ਤੈਨੂੰ ਉੱਚ ਸਿਲੈਕਟ ਕਰਦਾ ਤੇ ਮੈਂ ਤੈਨੂੰ ਕੋਈ ਪੈਸੇ ਨਹੀਂ ਦੇਣੇ ਵਾਓ ਉਹ ਪੂਰਾ ਸਿਖਾ ਤਾਂ ਮੀਨਸ ਉਹਨਾਂ ਨੇ ਆਪਣੇ ਲਈ ਪੂਰੀ ਐਫਰਟ ਲਾਈ ਜਿੰਨਾ ਆਨਲਾਈਨ ਮੈਨੂੰ ਸਿਖਾ ਸਕਦੇ ਸੀ ਹੈਲਪ ਕਰ ਸਕਦੇ ਸੀ ਮੀਨਸ ਉਹਨਾਂ ਨੇ ਮਤਲਬ ਮੇਰੇ ਵਰਕ ਨੂੰ ਬਹੁਤ ਉਹ ਕਹਿੰਦੇ ਮੈਂ ਬਹੁਤ ਪੁਰਾਣਾ ਦਿਨ ਦੇਖਦਾ ਆ ਰਿਹਾ ਕਿ ਕਿਵੇਂ ਵਰਕ ਕਰਦੀ ਇੱਕ ਸਟੂਡੈਂਟ ਹੋਣ ਦੇ ਨਾਤੇ ਨਾ ਇੱਕ ਆਰਟਿਸਟ ਫੀਲ ਨੂੰ ਬੈਲੈਂਸ ਕਰਨਾ ਪਲੱਸ ਇੱਕ ਟਿਊਸ਼ਨਸ ਵੀ ਦੇਣੀਆਂ ਇਟਸ ਬਹੁਤ ਹਾਰਡ ਹੈ ਜਿਵੇਂ 4-5 ਦਿਨ ਮੈਂ ਕਾਲਜ ਹੁੰਦੀ ਸੀ ਇਵੈਂਟਸ ਵੀ ਕਾਫੀ ਪਾਰਟਿਸਿਪੇਟ ਕੀਤਾ ਜਿਵੇਂ ਕਾਲਜ ਦੇ ਵਿੱਚ ਮੇਰੇ ਤੋਂ ਨੀਅਰ 100 ਅਵਾਰਡਸ ਨੇ ਠੀਕ ਆ ਤੇ ਉਹਦੇ ਦੌਰਾਨ ਬੈਲੈਂਸ ਕਰਨਾ ਤਾਂ ਫਿਰ ਉਹਨਾਂ ਨੇ ਇਹ ਐਜ਼ ਅ ਗਿਫਟ ਦਿੱਤਾ ਫਿਰ ਮੈਂ ਉਹਨਾਂ ਨੂੰ ਸਿੱਖਿਆ ਹੌਲੀ ਹੌਲੀ ਫਿਰ ਅੱਗੇ ਕੀਤਾ ਫਿਰ ਮੈਨੂੰ ਐਵੇਂ ਹੋ ਗਿਆ ਮੈਂ ਕਮਿਊਨੀਟੀ ਵਰਕ ਵੀ ਕਰਨਾ ਤੁਸੀਂ ਇਹਦੇ ਨਾਲ ਕੋਰਿਲੇਟ ਕਰਦਾ ਇੱਕ ਹੋਰ ਸਵਾਲ ਹੈ ਆਖਰੀ ਸਵਾਲ ਬਲਕਿ ਉਹ ਇਹ ਵੀ ਜਦੋਂ ਤੁਸੀਂ ਪੇਂਟਿੰਗ ਕਰਦੇ ਹੋ ਉਹ ਮੰਨ ਲਓ ਤੁਸੀਂ ਵੇਚਣ ਲਈ ਸੇਲ ਕਰਨ ਲਈ ਪੇਂਟ ਕੀਤਾ ਹੈ ਨਾ ਉਹ ਵਿਕ ਵੀ ਗਈ ਉਹਦੇ ਜਿਹੜੇ ਆਰਟਿਸਟ ਨੇ ਮਾਫ ਕਰਨਾ ਉਹਦੇ ਜਿਹੜੇ ਕਦਰਦਾਨ ਨੇ ਹੈ ਨਾ ਖਰੀਦਦਾਰ ਨੇ ਉਹਨਾਂ ਦੀ ਨਾ ਸਾਈਕੀ ਹੋਰ ਕਿਸਮ ਦੀ ਹੁੰਦੀ ਹੈ ਵੈਨ ਵੀ ਸ਼ਿਫਟਡ ਟੂ ਦ ਟੈਟੂਜ਼ ਔਰ ਜਦੋਂ ਨੇਲ ਆਰਟ ਦੀ ਉਦੋਂ ਉਹ ਜਿਹੜੇ ਕਸਟਮਰ ਹੈ ਹੋਰ ਕਿਸਮ ਦੇ ਹੁੰਦੇ ਆ ਹੈ ਨਾ ਤੁਸੀਂ ਸਮਝ ਪਾ ਰਹੇ ਹੋ ਮੈਂ ਕੀ ਕਹਿ ਰਹੀ ਹਾਂ ਸੋ ਹੈ ਨਾ ਤੇ ਉਹ ਕਿਵੇਂ ਮਤਲਬ ਕਿ ਤੁਸੀਂ ਫਿਰ ਸੈਟੀਸਫਾਈ ਕਰਦੇ ਹੋ ਕਿਉਂਕਿ ਅਜੀਬ ਵੀ ਹੁੰਦੇ ਆ ਵੀ ਇਹ ਕੀ ਕਰਤਾ ਹੈ ਇਹ ਮੈਨੂੰ ਪਸੰਦ ਨਹੀਂ ਹੈ ਬੇਸਿਕਲੀ ਮੈਮ ਇਹ ਨਾ ਜਦੋਂ ਮੈਂ ਕ੍ਰੀਏਟ ਕਰਦੀ ਨਾ ਤਾਂ ਮੈਂ ਪਹਿਲਾਂ ਉਹਨਾਂ ਦੇ ਮਨ ਨੂੰ ਪੜ੍ਹਦੀ ਠੀਕ ਹੈ ਲਾਈਕ ਹੁਣ ਪੇਂਟਿੰਗ ਹੈ ਪੇਂਟਿੰਗ ਵਿੱਚ ਆਪਣੇ ਆਪ ਨੂੰ ਐਗਜ਼ੈਕਟਲੀ ਉਹਦਾ ਥੋੜਾ ਜਿਹਾ ਕਿ ਉਹ ਬਹੁਤ ਤਰ੍ਹਾਂ ਦੇ ਲੋਕ ਹੁੰਦੇ Different zoner ਹੈ ਉਹ। ਇਟਸ ਅ ਪਾਰਟ ਬਟ ਜਦੋਂ ਆਪਾਂ ਟੈਟੂ ਵਰਕ ਕਰਦੇ ਜਾਂ ਨੇਲ ਆਰਟ ਦਾ ਵਰਕ ਕਰਦੇ ਨਾ ਮੈਂ ਕੀ ਕਰਦੀ ਹਾਂ ਮੈਂ ਲਾਈਕ ਪਹਿਲਾਂ ਨਾ ਅੱਛੀ ਤਰ੍ਹਾਂ ਬੈਠ ਕੇ ਕਨਵਰਸੇਸ਼ਨ ਕਰਦੀ ਹਾਂ ਮੈਨੂੰ ਪਤਾ ਲੱਗਾ ਚਾਹੁੰਦੇ ਕੀ ਐਗਜ਼ੈਕਟਲੀ ਠੀਕ ਆ ਤੇ ਮੈਂ ਫਿਰ ਕ੍ਰੀਏਟ ਕਰ ਇਵਨ ਕਈ ਬਹੁਤ ਘੱਟ ਹੁਣ ਤੱਕ ਬਹੁਤ ਘੱਟ ਹੋਇਆ ਮੈਂ ਡਿਜੀਟਲ ਵਰਕ ਕ੍ਰੀਏਟ ਕਰਾਂ ਮੈਂ ਹੈਂਡਮੇਡ ਕ੍ਰੀਏਟ ਕਰ ਹੈਂਡਮੇਡ ਕਰਨ ਦੇ ਨਾਲ ਇੱਕ ਤਾਂ ਇਮੋਸ਼ਨਸ ਆ ਜਾਂਦੇ ਨੇ ਜਿਹੜਾ ਨੈਕਸਟ ਪਰਸਨ ਦਾ ਦਿਮਾਗ ਦੇ ਸੈਕੰਡਲੀ ਉਹ ਦੇਖ ਲੈਂਦਾ ਨਾ ਖੁਸ਼ ਹੋ ਜਾਂਦਾ ਵੀ ਠੀਕ ਆ ਮੇਰੀ ਹੁਣ ਬਾਂਹ ਤੇ ਆਈ ਬਣਨਾ ਕਿਉਂਕਿ ਕਿ ਥੈਂਕੀ ਤੇ ਮੇਰੇ ਨਾਲ ਥੋੜਾ ਸਹੀ ਰਹਿੰਦੇ ਨੇ ਕੰਫਰਟੇਬਲ ਠੀਕ ਹੈ ਗੱਲਬਾਤ ਕਾਫੀ ਲੰਬੀ ਹੋਈ ਹੈ ਗੁਫ਼ਤਗੂ ਤੇ ਸ਼ੁਕਰੀਆ ਜਾਂਦੇ ਜਾਂਦੇ ਕੀ ਕਹੋਗੇ ਮੈਂ ਬਸ ਇਹ ਕਹੂੰਗੀ ਮੈਨੂੰ ਐਵੇਂ ਪਿਆਰ ਤੇ ਸਾਰੇ ਸਪੋਰਟ ਕਰੋ ਠੀਕ ਹੈ ਕਿ ਮੇਰੀ ਮਤਲਬ ਕਿ ਤੰਗੀ ਤੇ ਜਦੋਂ ਵੀ ਸੀ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਆਰਟਿਸਟ ਨੇ ਉਹਨਾਂ ਨੂੰ ਐਪਰੀਸ਼ੀਏਟ ਕਰੋ ਤਾਂ ਕਿ ਉਹ ਪਿੱਛੇ ਨਹੀਂ ਉਹ ਵੀ ਗਿਆਨ ਤੇ ਇਸ ਕਲਾ ਨੂੰ ਛੋਟਾ ਨਾ ਸਮਝਣ ਕਿਉਂਕਿ ਹੁਣ ਜੇ ਆਪਾਂ ਨੋਰਮਲ ਗੱਲ ਕਰਦੇ ਪੁਰਾਣੇ ਤੋਂ ਪੁਰਾਣੇ ਆਪਾਂ ਨੂੰ ਕਲਾ ਤੋਂ ਹੀ ਆਪਣਾ ਇਤਿਹਾਸ ਪਤਾ ਲੱਗਿਆ ਤਾਂ ਆਪਾਂ ਇਹਨੂੰ ਇੰਨਾ ਪਿਆਰ ਕਰੀਏ ਕਿ ਇਹਦਾ ਫਿਊਚਰ ਬਹੁਤ ਬ੍ਰਾਈਟ ਹੋਵੇ ਤਾਂ ਮੈਨੂੰ ਖੁਦ ਹੀ ਇੰਨਾ ਪਿਆਰ ਦਿਓ ਤਾਂ ਕਿ ਮੈਨੂੰ ਹੁਣ ਹੋਰ ਮੋਟੀਵੇਟ ਮਿਲੇ ਕਿ ਮੈਂ ਕੁਝ ਨਵਾਂ ਲਿਖਾਂ ਬਹੁਤ ਸ਼ੁਕਰੀਆ ਬਹੁਤ ਕਮਾਲ ਦੀ ਗੱਲ ਕਹੀ ਹੈ ਸ਼ਗੁਨ ਨੇ ਵੀ ਇਹ ਨਾ ਕਲਾ ਜਿਹੜੀ ਹੈ ਇਹਨੂੰ ਐਜ਼ ਅ ਡਾਕੂਮੈਂਟ ਅਸੀਂ ਸਾਂਭ ਕੇ ਰੱਖ ਸਕਦੇ ਹਾਂ ਅਗਲੀਆਂ ਆਉਣ ਵਾਲੀਆਂ ਪੀੜ੍ਹੀਆਂ ਇਹ ਦੇਖਿਆ ਕਰਨਗੀਆਂ ਵੀ ਸਾਡੇ ਵਰਗੇ ਲੋਕ ਕਿਵੇਂ ਰਿਹਾ ਕਰਦੇ ਸੀ ਕੀ ਖਾਂਦੇ ਸੀ ਕਿਸ ਤਰ੍ਹਾਂ ਦਾ এনवायरमेंट ਹੁੰਦਾ ਸੀ ਸੋ ਕਲਾ ਆਪਣੇ ਆਪ ਦੇ ਵਿੱਚ ਨਾ ਬਹੁਤ ਇੱਕ ਵਾਈਟਲ ਰੋਲ ਪਲੇ ਕਰਦੀ ਹੈ ਸ਼ਗੁਨ ਨਾਲ ਗੱਲਬਾਤ ਕਰਕੇ ਮੈਨੂੰ ਤਾਂ ਬੜਾ ਮਜ਼ਾ ਆਇਆ ਉਮੀਦ ਕਰਦੀ ਹਾਂ ਕਨਵਰਸੇਸ਼ਨ ਨੂੰ ਤੁਸੀਂ ਇੰਜੋਏ ਕੀਤਾ ਹੋਵੇਗਾ ਦਨ ਮਿਊਟ ਤੁਸੀਂ ਦੇਖਦੇ ਰਹੋ ਮੈਨੂੰ ਗੁਰਨੀਤ ਤੋਂ ਦਿਓ ਇਜਾਜ਼ਤ ਸ਼ਗੁਨ ਤੁਹਾਡਾ ਬਹੁਤ ਧੰਨਵਾਦ ਥੈਂਕ ਯੂ